ਜਿਹੜੇ ਲੋਕ ਆਪਣੇ ਘਰ ਵਾਲੀਆਂ ਨੂੰ ਸਿੱਧਰੀਆਂ ਕਹਿ ਕੇ ਸੰਬੋਧਨ ਕਰਦੇ ਰਹੇ ਆ ਤੇ परमात्मा ने अंत वेला उन्हां दा ओह लिआंदा जिहदा कोई हिसाब नहीं। समा बड़ा बलवान ते हुण फिर तुरिया फिरदा बंदा मेरे वर्गे बैदां कोले बैद साहब करो जी हीला वसीला कोई हुण तां टाई फिर सोई फिरदी। जेकर ਉਹ ਫਾਰਮੂਲਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣੇ ਆ ਤਾਂ 90% ਬਿਮਾਰੀਆਂ ਤੋਂ ਆਪਣਾ ਬਚਾਅ ਰੱਖਿਆ ਜਾ ਸਕਦਾ ਹੈ। ਸਾਡੇ ਲੋਕ 90% ਬਿਮਾਰੀਆਂ ਦਾ ਸ਼ਿਕਾਰ ਨੇ ਬੇਸ਼ੁਕਰੇ ਕਰਕੇ। ਬੇਸ਼ੁਕਰ ਮਤਲਬ ਸਾਨੂੰ ਸ਼ੁਕਰੀਆ ਅਦਾ ਹੀ ਨਹੀਂ ਕਰਨਾ ਆਇਆ। ਅਸੀਂ ਗੁਰਦੁਆਰੇ ਜਾ ਕੇ ਆਸਾਨ ਗਿਣਾ ਰਹੇ ਹਾਂ ਸਤਿਗੁਰੂ ਨੂੰ। ਉਸ ਸਤਿਗੁਰੂ ਦੇ ਉੱਤੇ ਆਸਾਨ ਕਰਦੇ ਹਾਂ ਕਿ ਮੈਂ ਤੇਰੇ ਦਰ ਤੇ ਮੱਥਾ ਟੇਕਣ ਆਇਆ, ਪਰ ਮੈਂ ਲੋਕਾਂ ਨੂੰ ਸਵਾਲ ਕਰਦਾ ਵੀ ਤੇਰੇ ਗੋਡੇ ਤੁਰਦੇ ਤੇ ਤੂੰ ਇੱਥੇ ਆ ਗਿਆ। ਬਹੁਤਿਆਂ ਨੂੰ ਉਹਨੇ ਚੇਅਰ ਤੇ ਬਿਠਾਇਆ ਹੋਇਆ, ਵੀਲ ਚੇਅਰ ਤੇ, ਜਿਹੜੇ ਗੁਰਦੁਆਰੇ ਦੀਆਂ ਪੌੜੀਆਂ ਨਹੀਂ ਚੜ੍ਹ ਸਕਦੇ। ਕੁੱਤੇ ਨੂੰ ਕੁੱਤਾ ਨਹੀਂ ਬਣਾਉਣਾ ਪੈਂਦਾ, ਗਧੇ ਨੂੰ ਗਧਾ ਨਹੀਂ ਬਣਾਉਣਾ ਪੈਂਦਾ, ਕੋਈ ਸਭ ਕੁਛ ਬਣੇ ਬਣਾਏ ਸਤਿਗੁਰੂ ਨੇ ਭੇਜੇ ਆ। ਪਰ ਬੰਦੇ ਨੂੰ ਮੂਤਣ ਦੀ ਜਾਂਚ ਨਹੀਂ ਗੀ। ਬੈੱਡ ਤੇ ਪਿਆ 4000 ਦੇ ਗੱਦੇ ਤੇ ਮੂਤ ਦਿੰਦਾ ਗਾ, ਪਰ ਬੰਦੇ ਨੂੰ ਸਿਖਾਉਣਾ ਪੈਂਦਾ ਹੈ। ਸਤਿਗੁਰੂ ਨੇ ਤੁਹਾਡੇ ਸਰੀਰ ਨੂੰ ਸਾਰੀਆਂ ਚੀਜ਼ਾਂ ਦੇ ਕੇ ਭੇਜੀਆਂ, ਪਰ ਤੁਹਾਡੀ ਬੁੱਧੀ ਦਾ ਵਿਕਾਸ ਨਹੀਂ ਕੀਤਾ ਤੇ ਉਹ ਤੁਹਾਡੇ ਤੇ ਛੱਡਤੀ ਵੀ ਹੁਣ ਤੁਸੀਂ ਇਸ ਬੁੱਧੀ ਦਾ ਵਿਕਾਸ ਕਿਵੇਂ ਕਰਨਾ ਹੈ। ਪਹਿਲਾਂ ਉਹਦੇ ਵਿੱਚ ਮੈਂ ਤੋਂ ਸ਼ੁਰੂਆਤ ਕਰ ਲੈਂਦਾ ਹੈ। ਮੈਂ ਨਾ ਹੁੰਦਾ, ਮੈਂ ਨਾ ਕਰਦਾ, ਮੈਂ ਇਸ ਤਰ੍ਹਾਂ ਕਰ ਲਿਆ, ਕੁਝ ਕਰ ਸਕਦਾ ਹੈ ਮੈਂ ਰੱਖ ਕੇ। ਬੰਦਾ ਇੰਨਾ ਡਰ ਕੇ ਰਹਿਣ ਦੀ ਲੋੜ ਆ ਸਤਿਗੁਰੂ ਤੋਂ ਵੀ ਜੇ ਚੜ੍ਹੇ ਚੜ੍ਹਾਏ ਸੂਰਜ ਨੂੰ ਗ੍ਰਹਿਣ ਲਾ ਕੇ ਹਨੇਰਾ ਕਰ ਸਕਦੇ ਆ ਤੇ ਤੁਸੀਂ ਤਾਂ ਉਹਦਾ ਸੇਕ, ਉਹਦਾ ਇੱਕ ਕਿਣਕਾ ਮਾਤਰ ਉਹਦਾ ਸੇਕ ਨਹੀਂ ਝੱਲਿਆ ਜਾਂਦਾ। ਮਨ ਦੇ ਵਿੱਚ ਆਪਣੇ ਰਿਸ਼ਤਿਆਂ ਪ੍ਰਤੀ, ਲੋਕਾਂ ਪ੍ਰਤੀ ਜਾਂ ਆਪਣੇ ਵਿਰੋਧੀਆਂ ਪ੍ਰਤੀ ਕਿਸੇ ਤਰ੍ਹਾਂ ਦੀ ਕੋਈ ਖਾਰ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ, ਕੋਈ ਖਾਰ ਰੱਖਦੇ ਹਾਂ, ਕੋਈ ਮੰਦ ਭਾਵਨਾ ਰੱਖਦੇ ਹਾਂ, ਉਹਦੇ ਨਾਲ ਬਿਮਾਰੀਆਂ ਲੱਗਦੀਆਂ ਨੇ ਸਰੀਰ ਨੂੰ। ਫਿਰ ਵੈਜੀ ਜਿਹੜੇ ਲੋਕਾਂ ਨੇ ਆਪਣੀਆਂ ਨੂੰਹਾਂ ਨੂੰ 3 ਕੁੜੀਆਂ ਤੋਂ ਬਾਅਦ ਗਾਲਾਂ ਕੱਢੀਆਂ ਨੇ, ਮਾੜਾ ਬੋਲਿਆ, ਇਹਨੇ 3 ਕੁੜੀਆਂ ਜੰਮਤੀਆਂ, ਇਹਨੇ ਫਲਾਨਾ ਕਰਤਾ, ਧਿਉਂਕਾ ਕਰਤਾ, ਬੀਰਜ ਤਾਂ ਆਪਣੇ ਮੁੰਡੇ ਦੇ ਵਿੱਚ ਨਹੀਂ ਸੀਗਾ। ਕੁੜੀਆਂ ਨੇ ਕਿਵੇਂ ਜੰਮਤੀਆਂ, ਨੂੰਹ ਨੇ ਕੁੜੀਆਂ ਕਿਵੇਂ ਬਣਾਤੀਆਂ, ਤੇ ਅੰਤ ਸਮਾਂ ਮੈਂ ਦੇਖਿਆ ਵੀ ਉਹੀ ਨੂੰਹਾਂ ਨੇ ਰੋਟੀ ਦਿੱਤੀ ਹੈ। ਮੇਰਾ ਪ੍ਰੈਕਟੀਕਲ ਤਜਰਬਾ ਰਿਹਾ ਕਿ ਮਹਾਰਾਜ ਦੇ ਇੱਕ ਬਚਨ ਨੇ ਕਿ ਜੋ ਦੀਸੇ ਸੋ ਰੋਗੀ, ਤੇ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹੁਣ ਰੋਗ ਕਿਹੜੇ ਕਿਹੜੇ ਆ ਜਿਨ੍ਹਾਂ ਤੋਂ ਵਿੱਚ ਗਰਸੇ ਗਏ ਲੋਕ। ਸਤਿਗੁਰੂ ਨੇ ਜੇ ਤੁਹਾਡੇ ਤੇ ਕਿਰਪਾ ਕੀਤੀ ਤੇ ਤੁਹਾਨੂੰ ਬੇਟਾ ਦੇਤਾ, ਬੇਟੀ ਦੇਤੀ, ਪਰ ਜੇ ਆਪਣੀ ਕਿਰਪਾ ਨਾ ਕਰੇ ਤੇ ਮੈਂ ਕਹਿੰਦਾ ਵੀ ਜ਼ੋਰ ਜਿੰਨਾ ਮਰਜ਼ੀ ਲਾ ਲਿਓ ਤੇ ਤੁਸੀਂ ਤਾਂ ਬੱਚਾ ਕੀ ਪੈਦਾ ਕਰਨਾ, ਤੁਹਾਡੇ ਸੀਮਨ ਦੇ ਅੰਦਰ ਉਹ ਕਾਣੀ ਨਹੀਂ ਪੈਦਾ ਕਰਦਾ ਵੀ ਜਿਹੜਾ ਬੱਚਾ ਪੈਦਾ ਕਰ ਦੇਣ। ਤੇ ਜਿਹੜੇ ਭਾਈ ਸਾਹਿਬ ਮੈਨੂੰ ਲੈਣ ਆਏ ਨਾ, ਤੇ ਉਹ ਕਹਿੰਦੇ ਵੀ ਅਮਰੀਕਾ ਦੀ ਸਭ ਤੋਂ ਮਹਿੰਗੀ ਗੱਡੀ ਵੈਸੇ ਸਾਹਿਬ ਜਿਹੜੇ 'ਚ ਮੈਂ ਤੁਹਾਨੂੰ ਬਿਠਾਇਆ ਗਾ। ਮੈਂ ਕਿਹਾ ਵੀ ਫਿਰ ਕਿਵੇਂ ਫੀਲ ਹੁੰਦਾ। ਉਹ ਬੰਦਾ ਰੋਣ ਲੱਗ ਗਿਆ ਜੀ। ਤੇ ਮੈਂ ਕਿਹਾ ਕੀ ਗੱਲ ਹੋ ਗਈ ਭਾਈ ਸਾਹਿਬ। ਤੁਰੀ ਜਾਂਦੀ ਗੱਡੀ ਉਹਨੇ ਸਾਈਡ ਤੇ ਲਾ ਕੇ ਨਾ ਤੇ ਧਰਤੀ ਤੇ ਗੋਡੇ ਟੇਕ ਕੇ ਨੱਕ ਰਗੜਿਆ ਜੀ ਧਰਤੀ ਤੇ। ਮੈਂ ਕਿਹਾ ਕੀ ਗੱਲ ਹੋ ਗਈ। ਅੱਜ ਲੋਕ ਘਰਾਂ ਦੇ ਅੰਦਰ ਬਿਮਾਰ ਕਿਉਂ ਨੇ? ਅਸੀਂ ਜਿਹੜੇ ਮਾਂ ਪਿਓ ਨੇ ਸਾਡੇ ਸਾਰਾ ਕੁਛ ਸਮਰਪਣ ਕਰਤਾ ਸਾਡੇ ਤੇ, ਉਹਨੂੰ ਤਾਂ ਅਸੀਂ ਕਹਿੰਦੇ ਤੈਨੂੰ ਅਕਲ ਕੋਈ ਨਹੀਂ ਗੀ। ਤੇ ਸਤਿਗੁਰੂ ਕਹਿੰਦੇ ਤੂੰ ਬਹੁਤੀ ਅਕਲ ਵਾਲਾਂਗਾ ਨਾ ਤੇ ਤੇਰੇ ਨਾਲ ਇਹੋ ਜਿਹੀ ਅਕਲ ਵਾਲੀ ਵਿਆਹਤੀ ਜਿਹੜੇ ਤੇਰੇ ਵੱਟ ਕੱਢ ਦੂ ਰਗੜ ਵਾਲੇ। ਜਿਹੜੀ ਬੇਬੇ ਪ੍ਰਸ਼ਾਦਾ ਤੈਨੂੰ ਖਵਾਉਣ ਤੋਂ ਬਾਅਦ ਖਾਂਦੀ ਰਹੀ ਹੈ, ਤੈਨੂੰ ਦੇਖ ਦੇਖ ਕੇ ਜਿਉਂਦੀ ਰਹੀ ਹੈ, ਜਦੋਂ ਤੂੰ ਉਹਨੂੰ ਕਹਿੰਦਾ ਤੈਨੂੰ ਅਕਲ ਹੈ ਨਹੀਂ ਗੀ ਤੇ ਫਿਰ ਤੂੰ ਬਰਕਤਾਂ ਕਿਵੇਂ ਭਾਲ ਦਾਂਗਾ ਘਰ ਦੇ ਅੰਦਰ। ਅਨਾਰ ਦਾ 100 ਰੁਪਏ ਦਾ ਗਲਾਸ ਆ। ਬੜੇ ਬੰਦਿਆਂ ਨੂੰ ਮੈਂ ਕਹਿੰਦਾ ਅਨਾਰ ਦਾ ਜੂਸ ਪੀ ਲਿਆ ਕਰੋ, ਕਹਿੰਦਾ ਕੋਈ ਨਹੀਂ ਜੀ ਬੇਟਾ ਠੀਕ ਹੋ ਜੇ, ਪੀ ਲਿਆ ਕਰਾਂਗੇ। ਆਪ 100 ਰੁਪਏ ਦਾ ਗਲਾਸ ਨਹੀਂ ਪੀਤਾ ਤੇ 20,000 ਰੁਪਏ ਦਾ ਪ੍ਰੋਟੀਨ ਦਾ ਡੱਬਾ ਲੈ ਕੇ ਦਿੱਤਾ ਕਿ ਮੁੰਡੇ ਨੂੰ, ਕਿਵੇਂ ਉਹ ਤਾਂ ਦੇਣ ਦੇ ਦੋਗੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਅਸੀਂ ਜ਼ਿੰਦਗੀ ਦਾ ਇੱਕ ਅਜਿਹਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਕਿ ਜਿਸ ਫਾਰਮੂਲੇ ਨੂੰ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਅਪਲਾਈ ਕਰ ਲਈਏ ਤਾਂ ਵੈਦ ਜਗਦੀਪ ਹੋਰਾਂ ਦਾ ਕਹਿਣਾ ਹੈ ਕਿ 90% ਬਿਮਾਰੀਆਂ ਜਿਹੜੀਆਂ ਉਸ ਤੋਂ ਇਨਸਾਨ ਹੈ ਜਿਹੜਾ ਉਹ ਬਚ ਸਕਦਾ ਹੈ। ਸਿੱਖ ਵਿਦਵਾਨਾਂ ਨੇ ਵੀ ਬੜੀ ਸੋਚੀ ਅਤੇ ਬੜੀ ਸੋਝੀ ਨਾਲ ਜਿਹੜੀ ਗੱਲ ਕਹੀ ਹੈ ਕਿ ਦੁੱਖ ਵੇਲੇ ਸਿਮਰਨ,
ਸੁੱਖ ਵੇਲੇ ਅਰਦਾਸ ਤੇ ਹਰ ਵੇਲੇ ਸ਼ੁਕਰਾਨਾ। ਇਸ ਦੇ ਵਿੱਚ ਜ਼ਿੰਦਗੀ ਦਾ ਬਹੁਤ ਵੱਡਾ ਫਲਸਫਾ ਹੈ ਜਿਹੜਾ ਇਹਨਾਂ ਸ਼ਬਦਾਂ ਦੇ ਵਿੱਚ ਪਿਆ। ਕਿਵੇਂ ਇਹ ਚੀਜ਼ ਜਿਹੜੀ ਸਾਡੇ ਸਰੀਰ ਦੇ ਉੱਤੇ ਪ੍ਰਭਾਵ ਪਾਉਂਦੀ ਹੈ, ਕਿਸ ਤਰੀਕੇ ਨਾਲ ਇਹ ਚੀਜ਼ ਕੰਮ ਕਰਦੀ ਹੈ, ਅੱਜ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਵੈਦ ਜਗਦੀਪ ਜੀ ਹੋਰਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਇੱਕ ਅਜਿਹਾ ਸ਼ਬਦ ਹੈ ਕਿ ਜਿਸ ਸ਼ਬਦ ਨੂੰ ਜੇਕਰ ਅਸੀਂ, ਜਿਸ ਫਾਰਮੂਲੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਤਾਂ 90% ਬਿਮਾਰੀਆਂ ਤੋਂ ਮਨੁੱਖ ਹੈ ਜਿਹੜਾ ਉਹ ਆਪਣਾ ਖਹਿੜਾ ਛਡਾ ਸਕਦਾ ਹੈ। 90% ਬਿਮਾਰੀਆਂ ਉਸ ਦੇ ਸਰੀਰ ਨੂੰ ਲੱਗਦੀ ਨਹੀਂ। ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਹਾਂ। ਬੜੀ ਇੰਟਰਸਟਿੰਗ ਗੱਲਬਾਤ ਹੈ ਜਿਹੜੀ ਇਹ ਰਹਿਣ ਵਾਲੀ ਹੈ। ਸਭ ਨੂੰ ਗੁਜ਼ਾਰਿਸ਼ ਹੈ ਕਿ ਅਖੀਰ ਤੱਕ ਇਸ ਵੀਡੀਓ ਨੂੰ ਜ਼ਰੂਰ ਦੇਖੋ, ਔਰ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦੋਸਤ ਦੀ, ਕਿਸੇ ਪਰਿਵਾਰਿਕ ਮਿੱਤਰ ਦੀ ਅਜਿਹੀ ਕੋਈ ਸੋਚ ਹੈ ਤਾਂ ਉਹਦੇ ਨਾਲ ਇਹ ਵੀਡੀਓ ਸਾਂਝੀ ਜ਼ਰੂਰ ਕਰਿਓ। ਫਿਲਹਾਲ ਅਸੀਂ ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਹਾਂ। ਵੈਦ ਜੀ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਨੂੰ ਟਾਈਮ ਦੇਣ ਲਈ। ਸਤਿ ਸ਼੍ਰੀ ਅਕਾਲ ਫਰੂਕੀ ਸਾਹਿਬ। ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ, ਲੋਕਾਂ ਨੂੰ ਜ਼ਿੰਦਗੀ ਜਿਉਣ ਦੇ ਰਸਤੇ ਜੋ ਸਾਨੂੰ ਸਤਿਗੁਰੂ ਸਾਹਿਬ ਨੇ ਫਰਮਾਨ ਕੀਤਾ ਹੈ, ਮਹਾਰਾਜ ਦੇ ਹੁਕਮ ਆ ਕਿ ਜਦੋਂ ਤੁਸੀਂ ਮੇਰੇ ਬਣਾਏ ਰਸਤੇ 'ਤੇ ਚੱਲਦੇ ਹੋ ਅਤੇ ਫਿਰ ਚੱਲਣ ਵੇਲੇ ਸਾਰਾ ਕੁਛ ਮੇਰੇ 'ਤੇ ਛੱਡ ਦਿਓ ਅਤੇ ਫਿਰ ਅੱਗੇ ਅੱਗੇ ਨਜ਼ਾਰਾ ਦੇਖੋ, ਕਿਉਂਕਿ ਉਹ ਵੱਡਾ ਹੈ, ਸਾਡੀ ਤੁੱਛ ਬੁੱਧੀ ਛੋਟੀ ਹੈ ਅਤੇ ਵੱਡੇ ਨੇ ਵੱਡੀਆਂ ਚੀਜ਼ਾਂ ਹੀ ਤੁਹਾਨੂੰ ਦੇਣੀਆਂ ਨੇ। ਵੱਡਾ ਉਹਦਾ ਸਿਸਟਮ ਆ ਅਤੇ ਕਦੋਂ ਉਹਨੇ ਤੁਹਾਨੂੰ ਆਪਦੀ ਬੁੱਕਲ 'ਚ ਲੈ ਕੇ ਵੱਡਾ ਬਣਾ ਦੇਣਾ, ਬਸ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਜੀ, ਅਤੇ ਵੈਦ ਜੀ ਤੁਸੀਂ ਇੱਕ ਫਾਰਮੂਲਾ ਦੱਸ ਰਹੇ ਸੀ ਮੈਨੂੰ, ਜਿਹੜੀ ਤੁਸੀਂ ਜ਼ਿੰਦਗੀ ਦੇ ਵਿੱਚ ਖੁਦ ਵੀ ਅਪਣਾਇਆ ਹੋਇਆ, ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਵੀ ਤੁਸੀਂ ਉਹ ਫਾਰਮੂਲਾ ਦੱਸਦੇ ਹੋ। ਕਿਹੜਾ ਫਾਰਮੂਲਾ ਹੈ? ਤੁਸੀਂ ਡਿਸਕਸ ਕਰ ਰਹੇ ਸੀ ਕਿ ਮੈਂ ਕੈਮਰੇ ਸਾਹਮਣੇ ਹੀ ਰਿਵੀਲ ਕਰਾਂਗਾ ਕਿ ਜੇਕਰ ਉਹ ਫਾਰਮੂਲਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਹਾਂ ਤਾਂ 90% ਬਿਮਾਰੀਆਂ ਤੋਂ ਆਪਣਾ ਬਚਾਅ ਰੱਖਿਆ ਜਾ ਸਕਦਾ ਹੈ, ਮਾਨਸਿਕ ਬਿਮਾਰੀਆਂ ਤੋਂ। ਫਰੂਕੀ ਸਾਹਿਬ, ਜਿਹੜੀ ਗੱਲ ਨਾ, ਬੰਦੇ ਨੂੰ ਬੰਦਾ ਬਣਾਉਣ ਵਾਸਤੇ ਹਜ਼ਾਰਾਂ ਸਾਧਨ ਇਕੱਠੇ ਕੀਤੇ ਗਏ ਆ, ਲੇਕਿਨ ਉਹ ਕਿਸੇ 'ਤੇ ਵੀ ਐਪਲੀਕੇਬਲ ਨਹੀਂ ਹੁੰਦੇ। ਕੁੱਤੇ ਨੂੰ ਕੁੱਤਾ ਨਹੀਂ ਬਣਾਉਣਾ ਪੈਂਦਾ, ਗਧੇ ਨੂੰ ਗਧਾ ਨਹੀਂ ਬਣਾਉਣਾ ਪੈਂਦਾ, ਕੋਈ ਸਭ ਕੁਛ ਬਣੇ ਬਣਾਏ ਸਤਿਗੁਰੂ ਨੇ ਭੇਜੇ ਹੈ। ਪਰ ਬੰਦੇ ਨੂੰ ਮੂਤਣ ਦੀ ਜਾਂਚ ਨਹੀਂ ਗੀ, ਬੈੱਡ 'ਤੇ ਪਿਆ 4000 ਦੇ ਗੱਦੇ 'ਤੇ ਮੂਤ ਦਿੰਦਾ ਗਾ, ਪਰ ਬੰਦੇ ਨੂੰ ਸਿਖਾਉਣਾ ਪੈਂਦਾ ਹੈ। ਸਤਿਗੁਰੂ ਨੇ ਤੁਹਾਡੇ ਸਰੀਰ ਨੂੰ ਸਾਰੀਆਂ ਚੀਜ਼ਾਂ ਦੇ ਕੇ ਭੇਜੀਆਂ, ਪਰ ਤੁਹਾਡੀ ਬੁੱਧੀ ਦਾ ਵਿਕਾਸ ਨਹੀਂ ਕੀਤਾ ਅਤੇ ਉਹ ਤੁਹਾਡੇ 'ਤੇ ਛੱਡਤੀ ਵੀ ਹੁਣ ਤੁਸੀਂ ਇਸ ਬੁੱਧੀ ਦਾ ਵਿਕਾਸ ਕਿਵੇਂ ਕਰਨਾ ਹੈ। ਜਿਹੜੇ ਬੁੱਧੀਜੀਵੀ ਬੰਦੇ ਹੋਏ ਆ ਉਹਨਾਂ ਨੇ ਬੁੱਧੀ ਦਾ ਵਿਕਾਸ ਬਹੁਤ ਵੱਡਾ ਲੈਵਲ 'ਤੇ ਕੀਤਾ, ਕਰਾਇਆ ਉਸ ਸਤਿਗੁਰੂ ਨੇ ਆ। ਜੇ ਉਹ ਆਪਣੇ ਵਾਲੀ ਕਿਰਪਾ ਨਾਲ ਕਿਸੇ ਨੂੰ ਸੋਝੀ ਬਖਸ਼ ਦੇਵੇ ਤਾਂ ਫਿਰ ਕੁਛ ਵੀ ਕਰ ਸਕਦਾ ਹੈ। ਪਰ ਜੇ ਬੰਦਾ ਕਿਤੇ ਆਪਣੀ ਸਿਆਣਪ ਵਿੱਚ ਬਾੜ ਕੇ ਕਹੇ ਵੀ ਮੈਂ ਸਭ ਕੁਛ ਕਰਦਾ ਹੈ, ਇਹ ਸਭ ਤੋਂ ਵੱਡਾ ਰੋਗ ਹੈ। ਦੁਨੀਆ ਦੇ ਰਹਿਬਰ ਆਪ ਨਾਰਾਇਣ ਕਲਾ ਧਾਰ, ਜਗ ਮੇ ਪਰਵਰਿਓ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਬੜੀ ਵਿਰਾਗਮਈ ਗੱਲ ਲੱਗਦੀ ਹੈ ਮਨ ਨੂੰ ਕਿ ਮਹਾਰਾਜ ਦੇ ਇੱਕ ਬਚਨ ਨੇ ਕਿ ਜੋ ਜੋ ਦੀਸੇ ਸੋ ਸੋ ਰੋਗੀ ਅਤੇ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹੁਣ ਰੋਗ ਕਿਹੜੇ ਕਿਹੜੇ ਆ ਜਿਨ੍ਹਾਂ ਤੋਂ ਵਿੱਚ ਗਰਸੇ ਗਏ ਲੋਕ? ਸਤਿਗੁਰੂ ਨੇ ਜੇ ਤੁਹਾਡੇ 'ਤੇ ਕਿਰਪਾ ਕੀਤੀ ਅਤੇ ਤੁਹਾਨੂੰ ਬੇਟਾ ਦੇਤਾ, ਬੇਟੀ ਦੇਤੀ, ਪਰ ਜੇ ਆਪਣੀ ਕਿਰਪਾ ਨਾ ਕਰੇ ਅਤੇ ਮੈਂ ਕਹਿੰਦਾ ਵੀ ਜ਼ੋਰ ਜਿੰਨਾ ਮਰਜ਼ੀ ਲਾ ਲਿਓ ਅਤੇ ਤੁਸੀਂ ਤਾਂ ਬੱਚਾ ਕੀ ਪੈਦਾ ਕਰਨਾ, ਤੁਹਾਡੇ ਸੀਮਨ ਦੇ ਅੰਦਰ ਉਹ ਕਣ ਹੀ ਨਹੀਂ ਪੈਦਾ ਕਰਦਾ ਵੀ ਜਿਹੜਾ ਬੱਚਾ ਪੈਦਾ ਕਰ ਦੇਣ, ਕਿਉਂਕਿ ਕਣ ਉਹਨੇ ਪੈਦਾ ਕਰਨੇ ਆ। ਇੱਥੇ ਆ ਕੇ ਸਿਰ ਝੁਕਦਾ ਉਹਦਾ ਵੀ ਜਿਹਦੇ ਅੰਦਰ ਤੂੰ ਕਿਰਪਾ ਕਰ ਦੇ ਅਤੇ ਜਿਹਦੇ 'ਚ ਤੇਰੀ ਕਿਰਪਾ ਬਰਸ ਜੇ ਅਤੇ ਤੂੰ ਫਿਰ 1 ਤੋਂ 1000 ਬਣਾਉਣ ਦੀ ਗਿਣਤੀ ਜਾਣਦਾ ਹੈ। ਸਾਡੇ ਲੋਕ 90% ਬਿਮਾਰੀਆਂ ਦਾ ਸ਼ਿਕਾਰ ਨੇ ਬੇਸ਼ੁਕਰੇ ਕਰਕੇ। ਬੇਸ਼ੁਕਰ ਮਤਲਬ ਸਾਨੂੰ ਸ਼ੁਕਰੀਆ ਅਦਾ ਹੀ ਨਹੀਂ ਕਰਨਾ ਆਇਆ। ਅਸੀਂ ਗੁਰਦੁਆਰੇ ਜਾ ਕੇ ਆਸਾਨ ਗਿਣਾ ਰਹੇ ਹਾਂ ਸਤਿਗੁਰੂ ਨੂੰ, ਉਸ ਸਤਿਗੁਰੂ ਦੇ ਉੱਤੇ ਆਸਾਨ ਕਰਦੇ ਹਾਂ ਕਿ ਮੈਂ ਤੇਰੇ ਦਰ 'ਤੇ ਮੱਥਾ ਟੇਕਣ ਆਇਆ, ਪਰ ਮੈਂ ਲੋਕਾਂ ਨੂੰ ਸਵਾਲ ਕਰਦਾ ਵੀ ਤੇਰੇ ਗੋਡੇ ਤੁਰਦੇ ਅਤੇ ਤੂੰ ਇੱਥੇ ਆ ਗਿਆ। ਬਹੁਤਿਆਂ ਨੂੰ ਉਹਨੇ ਚੇਅਰ 'ਤੇ ਬਿਠਾਇਆ ਹੋਇਆ, ਵੀਲ ਚੇਅਰ 'ਤੇ, ਜਿਹੜੇ ਗੁਰਦੁਆਰੇ ਦੀਆਂ ਪੌੜੀਆਂ ਨਹੀਂ ਚੜ੍ਹ ਸਕਦੇ। ਪੁੱਛ ਕੇ ਤਾਂ ਉਹਨਾਂ ਨੂੰ ਦੇਖ।
तू कार ते चढ़िया, तेनू चढ़ाया किसी ने होर है। जे तेरी औकात सी तो फिर तेरा बापू साइकिल ते क्यों चढ़िया फिरदा सीगा, ਉਹਨੂੰ चढ़ा दिंदा। जे तेनू औकात तेरी बख्शी है तो फिर हुण होर ज़्यादा शुक्रिया दा रख, नहीं तो बापू दा लिया होया साइकिल भी चलाउण वाले अज तक साइकिल चला रहे हैं। पर तैनू साइकिल तो चक के कार ते चढ़ाता तो हुण तू कहना भी मैं अपनियां मन मर्जियां करा, हुण मैं मन मर्जियां करा। तैनू तेरी की औकात सी भी तू केक 10,000 का कट के ते लोकां दे जवाकां च वंड दिंदा, तेरे बापू ने ना वंडता, तेरे दादे ने ना केक वंडता। पर अज दे बेशुकरे लोग केक खाण वाला मूहां ते मलदे फिरदे आ। दिता सतगुरु ने खाण नूं है, पर तू अपनी औकात पछाण के देख भी तेरा बापू 10,000 का केक पा सकदा, खवा सकदा किसे नूं? तेरी की औकात है? जदों तैनूं तेरी औकात चेते आ गई ना, तू है की आ, तो फिर तैनूं समझ लगूगी भी क्यों शुक्रिया अदा करना जरूरी है। सानूं बिमारियां इस करके लगियां, जदों बंदा मरदा है ਉਹਦਾ ਅੰਨ ਤੇ ਜਲ ਮੁੱਕ ਜਾਂਦਾ ਹੈ, ਤੇ ਅਸੀਂ ਦੋਨੇ ਚੀਜ਼ਾਂ ਮੁਕਾਉਣ ਦੇ ਵਿੱਚ ਪਹਿਲੇ ਨੰਬਰ 'ਤੇ ਹਾਂ। ਅਸੀਂ ਸ਼ੁਕਰੀਆ ਦਾ ਤਾਂ ਇਸ ਕਰਕੇ ਕਰਨਾ ਸੀਗਾ ਕਿ ਮੈਂ ਆਪ ਦੀ ਗੱਲ ਕਰਦਾ, ਮੇਰਾ ਬਾਪੂ ਦਾਤੀਆਂ 'ਚ ਦੰਦੇ ਕੱਢਦਾ ਰਿਹਾ, ਅਤੇ ਤੁਸੀਂ ਯਕੀਨ ਕਰਿਓ ਵੀ ਹੱਥ ਜੁੜ ਜਾਂਦੇ ਹੈ ਜਦੋਂ 500-400 ਬੰਦਾ ਵੇਟਿੰਗ 'ਚ ਬੈਠਾ ਇੱਥੇ ਸਾਡੇ ਵੱਲ ਦੇਖਦਾ। ਪੈੜ 'ਤੇ ਚੜ੍ਹਿਆ ਮਿਸਤਰੀ ਮਾਣਨੀ, ਮੈਂ ਆਮ ਤੌਰ 'ਤੇ ਤਰਖਾਣਾ ਦੀ ਗੱਲ ਕਰਦਾ, ਰਾਮਗੜੀਆਂ ਦੇ ਮੁੰਡੇ ਆ, ਤੇ ਸਾਰਾ ਦਿਨ ਸ਼ੁਕਰੀਆ ਅਦਾ ਕਰੀ ਜਾਈਦਾ ਵੀ ਆਪਣੀ ਔਕਾਤ ਸੀਗੀ ਵੀ ਆਪਾਂ ਨੂੰ ਬਾਹਰ ਬੈਠ ਕੇ ਕੋਈ 500-400 ਬੰਦਾ ਵੇਟ ਕਰੇ ਤੇ ਲੋਕ ਆ ਕੇ ਕਹਿਣ ਵੀ ਵੈਦ ਜੀ ਤੁਹਾਨੂੰ ਮਿਲਣਾ। ਸਾਡੀ ਕੀ ਔਕਾਤ ਹੈ? ਗ੍ਰੰਥੀ ਦੀ ਕੀ ਔਕਾਤ ਹੈ ਕਿ ਬੈਠਾ ਗ੍ਰੰਥੀ ਲੋਕਾਂ ਨੂੰ ਪ੍ਰਚਾਰ ਸੁਣਾਵੇ। ਸਿਰਫ ਆਪਣੇ ਤੋਂ ਪਿਛਲਿਆਂ ਦੀ ਜੂਨ ਜੇ ਦੇਖ ਲੈਣਾ ਵੀ ਕਿਹੜੇ ਘਰਾਂ ਤੋਂ ਆਪਾਂ ਉੱਠ ਕੇ ਆਏ ਹਾਂ, ਤੇ ਸਤਿਗੁਰੂ ਨੇ ਰਸਨਾ ਦੇ ਵਿੱਚ ਵਸ ਕੇ ਸੁਣਨ ਵਾਲੇ ਬੰਦੇ ਬਣਾਤੇ, ਔਰ ਐਡੀ ਕਿਰਪਾ ਕਰਤੀ ਲੱਖ ਬੰਦਾ ਇੱਕ ਦੀਵਾਨ ਨੂੰ ਸੁਣ ਰਿਹਾ ਹੈਗਾ। ਅੱਜ ਸਾਡੇ ਹਾਲਾਤ ਐਡੇ ਮਾੜੇ ਹੋ ਗਏ ਰੁਕੀ ਸਾਹਿਬ, ਪੂਰੀ ਦੁਨੀਆ ਘੁੰਮ ਕੇ ਜਦੋਂ ਦੇਖਿਆ ਲੋਕਾਂ ਦੇ ਘਰਾਂ ਦੇ ਹਾਲਾਤ, ਲੋਕ ਬੇਸ਼ੁਕਰੇ ਨੂੰਹ ਨੂੰ ਸੱਸ ਸੁਣਾਈ ਜਾਂਦੀ ਹੈ। ਸਾਡੇ ਘਰ ਦਾ ਆਹ ਰਿਵਾਜ ਸੀਗਾ, ਤੇ ਮੈਂ ਉਹਨਾਂ ਕਈ ਪਰਿਵਾਰਾਂ ਦੇ ਵਿੱਚ, ਕਿਉਂਕਿ ਡੇਰੇ ਪ੍ਰਚਾਰ ਕਰਨ ਦਾ ਟਾਈਮ ਮਿਲਦਾ, 14-15 ਡੇਰੇ ਨੇ, ਮਹਾਰਾਜ ਦੀ ਕਿਰਪਾ ਹੈ। ਉੱਥੇ ਲੋਕਾਂ ਨੂੰ ਇੱਕੋ ਗੱਲ ਸਮਝਣ ਦੀ ਕੋਸ਼ਿਸ਼ ਕਰੀਦੀ ਹੈ ਵੀ ਤੁਸੀਂ ਕੌਣ ਹੋ ਵਿੱਚ ਉਹਦੇ ਡਿੱਕਾ ਲੱਗਣ ਵਾਲੇ, ਉਹਨੂੰ ਬਹਿ ਲੈਣ ਤੋਂ ਜਿਹੜਾ ਕੰਮ ਉਹ ਕਰ ਰਿਹਾ ਗਾ, ਅਤੇ ਜਿੰਨਾ ਕੁਛ ਉਹਨੇ ਤੁਹਾਨੂੰ ਦਿੱਤਾ ਹੈ। ਔਰ ਪਹਿਲੀ ਸ਼ਰਤ ਮੈਂ ਲੋਕਾਂ ਨੂੰ ਇਹ ਕਹਿਣਾ ਕਿ ਸਭ ਤੋਂ ਪਹਿਲਾਂ ਪਰਮਾਤਮਾ ਨੇ ਤੁਹਾਨੂੰ ਕੁਛ ਦਿੱਤਾ ਅਤੇ ਫਿਰ ਤੁਸੀਂ ਅੱਗੇ ਕੁਛ ਦਿੱਤਾ ਹੈ। ਬਹੁਤੇ ਬੰਦਿਆਂ ਨੂੰ ਉਹਨੇ ਦਿੱਤਾ ਹੀ ਕੁਛ ਨਹੀਂ, ਹੁਣ ਦੇ ਕੇ ਦਿਖਾਓ ਤਾਂ ਫਿਰ ਆਪਦੇ ਕੋਲੋਂ। ਜੇ ਤੁਹਾਡੇ 1 ਤੋਂ 10 ਕਰਨ ਦੀ ਸ਼ਮਤਾ ਤੁਹਾਨੂੰ ਨਾ ਦੇਵੇ ਤਾਂ ਫਿਰ ਕਿਸੇ ਨੂੰ ਦੇ ਕੇ ਦਿਖਾਓ। ਪਰ ਜੀ ਸਾਡੇ ਹਾਲਾਤ ਤਾਂ ਇਹ ਉਲਟ ਹੋ ਰਹੇ ਨੇ। ਜੇਕਰ ਪਰਮਾਤਮਾ ਸਾਨੂੰ ਕਿਸੇ ਚੀਜ਼ ਨਾਲ ਨਵਾਜ਼ਦਾ ਹੈ ਜਾਂ ਕੋਈ ਆਪਣੇ ਦੀ ਕਿਰਪਾ ਆਪਣੇ ਸਿਰ ਦੇ ਉੱਤੇ ਰੱਖਦਾ ਹੈ, ਸਿਰ ਦੇ ਉੱਤੇ ਆਪਣਾ ਹੱਥ ਰੱਖਦਾ ਹੈ, ਤਾਂ ਅਸੀਂ ਤਾਂ ਫਿਰ ਦੇਖ ਲੈਣ ਦੀਆਂ ਧਮਕੀਆਂ ਦਿੰਦੇ ਹਾਂ ਹੋਰਾਂ ਨੂੰ। ਸਾਡੀ ਪ੍ਰਵਿਰਤੀ 'ਚ ਇਹ ਕਿੱਥੋਂ ਆਇਆ? ਫਰੂਖੀ ਸਾਹਿਬ, ਤੁਸੀਂ ਜਦੋਂ ਗੁਰਬਾਣੀ ਪੜ੍ਹਦੇ ਹੋ ਨਾ ਜੀ, ਮਹਾਰਾਜ ਕਹਿੰਦੇ ਕਾਹੇ ਰੇ ਮਨ ਚਿਤਵੇ ਉਦਮ, ਜਾਂ ਕਾ ਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ, ਤਾਂ ਕਾ ਰਿਜ਼ਕ ਆਗੇ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮਪਦ ਪਾਇਆ, ਸੂਕੇ ਕਾਸਟ ਹਰਿਆ। ਜਿਹੜਾ ਸਤਿਗੁਰੂ ਕਿਰਪਾ ਕਰੇ ਤੇ ਸੁੱਕੀਆਂ ਲੱਕੜਾਂ ਦੇ ਵਿੱਚ, ਹੁਣ ਉੱਥੇ ਪੁੱਛਣ ਵਾਲਾ ਹੋਵੇ ਵੀ ਉੱਥੇ ਚਿੜੀਆਂ ਨੂੰ ਦਾਣੇ ਕੌਣ ਪਾ ਕੇ ਆਏਗਾ। ਲੋਕ ਕਹਿੰਦੇ ਮੈਂ ਕਬੂਤਰਾਂ ਨੂੰ ਦਾਣੇ ਪਾਉਣਾ, ਇਹ ਤਾਂ ਜਿਉਂਦੇ ਆ। ਅੱਜ ਤੱਕ ਮੈਂ ਤਾਂ ਕਬੂਤਰ ਕੋਈ ਮਰਿਆ ਦੇਖਿਆ ਨਹੀਂ ਕਿ ਜਿਹੜਾ ਬਿਨਾਂ ਦਾਣਿਆਂ ਤੋਂ ਮਰਿਆ ਹੋਵੇ। ਅਤੇ ਜਿਹੜੇ ਸਤਿਗੁਰੂ ਪਾਤਸ਼ਾਹ ਰਹਿਬਰ ਦੁਨੀਆ ਦੇ, ਜਿਨ੍ਹਾਂ ਨੇ ਸਤਿਗੁਰੂ ਨੇ ਸਾਜੇ ਨਵਾਜੇ ਹੈ, ਅੱਜ ਤੱਕ ਕੋਈ ਦਰਖਤ ਦੇ ਥੱਲੇ ਚਿੜੀ, ਕਬੂਤਰ, ਕੋਲਾ, ਮੋਰ, ਤੋਤੇ ਮੈਂ ਕੋਈ ਡਿੱਗਿਆ ਨਹੀਂ ਦੇਖਿਆ। ਤੋਤੇ ਬਿਜਲੀ ਦੀ ਕਰੰਟ ਦੀਆਂ ਤਾਰਾਂ 'ਤੇ ਬਹਿ ਕੇ ਗੀਤ ਗਾਈ ਜਾਂਦੇ ਆ। ਮਾੜਾ ਜਿਹਾ ਬੰਦੇ ਦਾ ਹੱਥ ਲਵਾ ਕੇ ਦੇਖੂਗਾ, ਪਤਾ ਲੱਗ ਜੇ ਕਿੱਡੇ ਸ਼ਕਤੀਸ਼ਾਲੀ ਨੇ ਉਹ, ਵੀ ਉਹ ਕਰੰਟ ਨੂੰ ਵੀ ਸਮਾਏ ਬੈਠੇ, ਕਿਉਂਕਿ ਉਹਦੇ ਭਰੋਸੇ ਨੇ ਉਹ। ਜਿੱਥੇ ਉਹਦਾ ਭਰੋਸਾ ਬਣ ਗਿਆ, ਉਹ ਤੁਹਾਨੂੰ ਜੀਵਨ ਪਾਰ ਲੰਘਾ ਸਕਦਾ।
ਜਿੱਥੇ ਤੁਸੀਂ ਆਪਣੀ ਟੰਗ ਮਾੜੀ ਜਿਹੀ ਵਿੱਚ ਅੜਾਈ, ਲੋਕ ਬਹੁਤ ਤਰ੍ਹਾਂ ਦੇ ਬੇਸ਼ੁਕਰੀਆਂ ਵਾਲੀਆਂ ਗੱਲਾਂ ਕਰਦੇ ਆ। ਬੱਚਿਆਂ ਨੂੰ ਕਹੀ ਜਾਂਦੇ ਆ ਜੇ ਮੈਂ ਨਾ ਹੁੰਦਾ ਤੈਨੂੰ ਇਹਨਾਂ ਸਕੂਲਾਂ 'ਚ ਕੌਣ ਪੜ੍ਹਾਉਂਦਾ। ਅਤੇ ਮੈਂ ਉਹਨਾਂ ਨੂੰ ਪੁੱਛਦਾ ਵੀ ਤੈਨੂੰ ਜੇ ਸਤਿਗੁਰੂ ਪੈਸੇ ਹੀ ਨਾ ਬਖਸ਼ਦੇ ਤਾਂ ਤੂੰ ਫੀਸਾਂ ਕਿੱਥੋਂ ਲਿਆ ਕੇ ਭਰ ਦਿੰਦਾ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਬਹੁਤ ਥਾਵਾਂ 'ਤੇ ਪੈਸੇ ਉਹਨਾਂ ਬੱਚਿਆਂ ਦੇ ਕਰਮਾਂ ਦੇ ਆਏ ਆ ਅਤੇ ਤੁਹਾਨੂੰ ਤਾਂ ਇਕੱਲਾ ਸਾਂਭਣ ਦੀ ਸੋਝੀ ਦਿੱਤੀ ਆ ਉਸ ਪਰਮਾਤਮਾ ਨੇ। ਕਈ ਥਾਵਾਂ 'ਤੇ ਤੁਹਾਡੀ ਔਕਾਤ ਨਹੀਂ ਸੀ, ਵੱਡੇ ਘਰ ਹੋ ਸਕਦਾ ਤੁਹਾਡੇ ਬੱਚੇ ਦੇ ਕਰਮ ਉਹ ਰਾਜੇ ਮਹਾਰਾਜਿਆਂ ਵਾਲੇ ਕਰਮ ਕੀਤੇ ਹੋਣ ਉਹਨੇ, ਅਤੇ ਬੱਚਾ ਪੈਦਾ ਹੋਣ ਸਾਰੀ ਤੁਹਾਡੇ ਘਰ ਨੂੰ ਭਾਗ ਲੱਗ ਗਏ ਹੋਣ। ਛੋਟੇ ਘਰਾਂ ਤੋਂ ਵੱਡੇ ਘਰ ਬਣ ਗਏ, ਮਹਿਲ ਬਣ ਗਏ। ਇਹ ਹੋ ਸਕਦਾ ਹੈ ਉਸ ਸਤਿਗੁਰੂ ਨੇ। ਹੁਣ ਬੱਚੇ, ਮੈਂ ਵਿੱਚ ਬਹੁਤ ਬੱਚੇ ਦੇਖੇ ਆ, ਉਹ ਕਹਿੰਦੇ ਵੈਦ ਸਾਹਿਬ ਜਿੱਦੇ ਦੇ ਬੱਚਾ ਪੈਦਾ ਹੋਇਆ ਜੀ ਸਾਰੇ ਰੰਗ ਭਾਗ ਲੱਗੇ ਪਏ ਆ। ਮੈਂ ਕਿਹਾ ਤੁਹਾਨੂੰ ਨਾ ਲੱਗੇ, ਇਹਦਾ ਮਤਲਬ ਇਹਦੇ ਰੰਗ ਭਾਗ ਲੱਗੇ ਆ ਅਤੇ ਤੁਹਾਨੂੰ ਸੰਭਾਲਣ ਦੀ ਜਾਂਚ ਦਿੱਤੀ ਹੈ। ਪਰ ਜਿਹੜਾ ਰਾਜਾ ਬਹੁਤਾ ਅਮੀਰ ਹੋਵੇ ਉਹਦੀ ਪ੍ਰਜਾ, ਉਹਦੇ ਰੱਖੇ ਹੋਏ ਮੁਨਸ਼ੀ ਵੀ ਅਮੀਰ ਹੋ ਜਾਂਦੇ ਆ। ਪਰ ਇੱਥੇ ਤਾਂ ਜੀ ਜਦੋਂ ਕਹਾਣੀ ਸ਼ੁਰੂ ਹੁੰਦੀ ਹੈ ਤਾਂ ਗੱਲ ਬਾਅਦ ਦੇ ਵਿੱਚ ਸਾਡਾ ਜਿਹੜਾ ਇਨਸਾਨ ਹੈ ਜਾਂ ਮਨੁੱਖ ਹੈ ਸ਼ੁਰੂ ਕਰਦਾ, ਪਹਿਲਾਂ ਉਹਦੇ ਵਿੱਚ ਮੈਂ ਤੋਂ ਸ਼ੁਰੂਆਤ ਕਰ ਲੈਂਦਾ। ਮੈਂ ਨਾ ਹੁੰਦਾ, ਮੈਂ ਨਾ ਕਰਦਾ, ਮੈਂ ਇਸ ਤਰ੍ਹਾਂ ਕਰ ਲਿਆ, ਮੈਂ ਇਸ ਤਰ੍ਹਾਂ ਜਾਇਦਾਦ ਬਣਾ ਲਈ, ਇਸ ਤਰ੍ਹਾਂ ਰਿਸ਼ਤੇ ਬਣਾ ਲਏ, ਕੁਛ ਕਰ ਸਕਦਾ ਹੈ ਮੈਂ ਰੱਖ ਕੇ ਬੰਦਾ। ਫਰੂਕੀ ਸਾਹਿਬ ਜੇ ਸਤਿਗੁਰੂ ਆਪਦੇ ਵਾਲੀ 'ਤੇ ਆ ਜਾਣ ਨਾ ਜੀ, ਅਤੇ ਸੂਰਜ ਦੀ ਰੋਸ਼ਨੀ ਜਿੱਥੋਂ ਸੂਰਜ ਚੜ੍ਹਦਾ, ਥੋੜ੍ਹਾ ਜਿਹਾ ਸੂਰਜ ਜਦੋਂ ਬੱਦਲਾਂ 'ਚੋਂ ਬਾਹਰ ਆਉਂਦਾ ਅਤੇ ਲੋਕ ਧੁੱਪੇ ਖੜ੍ਹ ਜਾਂਦੇ, ਸੇਕ ਵਾਸਤੇ ਵੀ ਗਰਮੀ ਠੀਕ ਹੋਣ ਲੱਗ ਗਈ, ਸੇਕਣ ਲੱਗ ਜਾਂਦੇ ਆ। ਪਰ ਜੇ ਪਾਤਸ਼ਾਹ ਕਿਤੇ ਆਪਦੇ ਵਾਲੀ 'ਤੇ ਆ ਜਾਣ ਅਤੇ ਖਾਤੇ ਫਰੋਲਣ ਲੱਗ ਜਾਣ ਅਤੇ ਸੂਰਜ ਚੜ੍ਹੇ ਚੜ੍ਹਾਏ 'ਚ ਜੀ 'ਤੇ ਦਿਨ ਚੜ੍ਹਿਆ ਹੋਇਆ ਸੀਗਾ ਉਹਨੂੰ ਵੀ ਗ੍ਰਹਿਣ ਲਾ ਦਿੰਦੇ ਅਤੇ ਹਨੇਰਾ ਕਰ ਦਿੰਦੇ ਆ। ਇੰਨਾ ਡਰ ਕੇ ਰਹਿਣ ਦੀ ਲੋੜ ਆ ਸਤਿਗੁਰੂ ਤੋਂ ਵੀ ਜੇ ਚੜ੍ਹੇ ਚੜ੍ਹਾਏ ਸੂਰਜ ਨੂੰ ਗ੍ਰਹਿਣ ਲਾ ਕੇ ਹਨੇਰਾ ਕਰ ਸਕਦੇ ਆ ਅਤੇ ਤੁਸੀਂ ਤਾਂ ਉਹਦਾ ਸੇਕ, ਉਹਦਾ ਇੱਕ ਕਿਣਕਾ ਮਾਤਰ ਉਹਦਾ ਸੇਕ ਨਹੀਂ ਝੱਲਿਆ ਜਾਂਦਾ। ਤੁਹਾਡਾ ਟੈਂਪਰ ਕਿੰਨਾ ਵਧਾ ਦਿੰਦਾ, ਇੱਕ ਸੈਕਿੰਡ 'ਚ ਤੁਹਾਡੇ ਘਰ 'ਚ ਕਿਹੋ ਜਿਹਾ ਜੀਅ ਪੈਦਾ ਕਰ ਦੇਣਾ ਉਹਨੇ, ਜਿਹੜਾ ਸਾਰਾ ਟੱਬਰ ਬਾਣੀ ਪਾ ਦੇਣਾ ਉਹਨੇ। ਲੋਕ ਕਹਿੰਦੇ ਗੁਰੂ ਘਰ ਜਾਣਾ ਕਿਉਂ ਜ਼ਰੂਰੀ ਹੈ? ਮੈਂ ਕਹਿੰਦਾ ਜਾਣਾ ਇਸ ਕਰਕੇ ਜ਼ਰੂਰੀ ਹੈ ਵੀ ਤੁਹਾਡੇ ਸਾਰੇ ਪਰਿਵਾਰ ਦੀ ਮੱਤ ਠੀਕ ਰੱਖੇ। ਸਤਿਗੁਰੂ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਅਤੇ ਚਿੰਤਾ ਲਾਹੇ ਹਮਾਰੀ। ਹੁਣ ਗੱਲ ਤਾਂ ਇਹ ਰੌਲਾ ਉਲਟ ਪੈ ਗਿਆ। ਹੁਣ ਮੇਰੇ ਵਰਗਾ ਬੰਦਾ ਕਹੀ ਜਾਂਦਾ ਕਿ ਵੀ ਮੈਂ ਲੋਕਾਂ ਦੀ ਚਿੰਤਾ ਦੂਰ ਕਰ ਦੂੰ, ਪਰ ਚਿੰਤਾ ਤਾਂ ਚਿਖਾ ਬਰਾਬਰ ਆ। ਮੈਨੂੰ ਕਿੱਥੋਂ ਸਮਝ ਲੱਗ ਸਕਦੀ ਹੈ ਕਿਹਦੇ ਅੰਦਰ ਕਿਹੜਾ ਸੋਫਟਵੇਅਰ ਫਿੱਟ ਕੀਤਾ ਪਰਮਾਤਮਾ ਨੇ। ਇਸ ਕਰਕੇ ਲੋੜ ਹੈ ਤੁਹਾਡੇ ਘਰ ਦੀਆਂ ਖੁਸ਼ੀਆਂ ਦੇ ਅੰਦਰ ਬੈਠੇ ਬੈਠੇ, ਪਤਾ ਹੀ ਨਹੀਂ ਕਦੋਂ ਭੰਬਲ ਭੂਸਾ ਪਾ ਦੇਣਾ ਉਹਨੇ। ਬਹੁਤ ਬੰਦੇ ਪਹਿਲਾਂ ਲੋਕ ਨਾ ਜੀ ਜਦੋਂ ਕੋਈ ਕੰਮ ਸ਼ੁਰੂ ਕਰਦੇ ਸੀ ਤਾਂ ਮਹੀਨਾ ਪਹਿਲਾਂ ਅਰਦਾਸ ਬੇਨਤੀਆਂ ਕਰਾਈ ਜਾਂਦੇ ਸੀ। ਬੜੇ ਬੰਦੇ ਮੇਰੇ ਕੋਲ ਕਈ ਧਰਮਾਂ ਦੇ ਲੋਕ ਆਉਂਦੇ ਆ। ਇੱਕ ਹਿੰਦੂ ਪਰਿਵਾਰ ਮੇਰੇ ਕੋਲ ਆਇਆ, ਕਹਿੰਦਾ ਜੀ ਅਸੀਂ ਨਾ ਰੋਟੀ ਖਵਾਉਣੀ ਆ ਪੰਡਿਤ ਜੀ ਨੂੰ। ਮੈਂ ਕਿਹਾ ਰੋਟੀ ਖਵਾ ਕੇ ਨਾਲ 500 ਰੁਪਈਆ ਦੇ ਦਿਓ। ਅਤੇ ਉਹ ਮੈਨੂੰ ਕਹਿੰਦੇ ਮਹਾਰਾਜ ਤੁਸੀਂ ਉਲਟ ਗੱਲ ਕਰੀ ਜਾਂਦੇ ਹੋ, ਕੱਪੜੇ ਵੀ ਦੇਣੇ ਆ, 3000 ਦੇ ਕੱਪੜੇ ਆ, ਨਾਲ ਰੋਟੀ ਵੀ ਖਵਾਉਣੀ ਆ, ਚੰਗਾ ਪ੍ਰਸ਼ਾਦਾ ਛਕਾਉਣਾ, ਨਾਲ ਤੁਸੀਂ ਕਹਿਤਾ ਪੈਸੇ ਦੇ ਦਿਓ ਵੀ ਪੰਡਤ ਤਾਂ ਹੱਟਾ ਕੱਟਾ। ਮੈਂ ਕਿਹਾ ਜਿਹੜਾ ਤੇਰੇ ਸਾਰੇ ਘਰ ਦੇ ਗ੍ਰਹਿ ਲਿਜਾਣ ਵਾਲਾ ਬੰਦਾ ਤੂੰ 500 ਦੀ ਕਿਰਸ ਕਰਦਾ, ਹੋ ਸਕਦਾ 5 ਕਰੋੜ ਦਾ ਫਾਇਦਾ ਹੋ ਜੇ। ਖਵਾ ਕੇ ਦਿਖਾ ਤਾਂ ਕਿਸੇ ਨੂੰ ਉੱਤੋਂ ਦੀ ਚਹਾ ਕੇ ਰੋਟੀ। ਅੱਜ ਲੋਕ ਜਿਹੜੇ ਸਵਾਲ ਜਵਾਬ ਕਰਦੇ ਆ, ਦਾਨ ਕਰਨ ਤੋਂ ਪਹਿਲਾਂ ਦਾਨੀ ਨੂੰ ਦੇਖੀ ਜਾਂਦੇ ਆ, ਅੰਨੇ ਬੰਦੇ ਨੂੰ ਪੁੱਛੀ ਜਾਂਦੇ ਆ। ਜਿਹੜੇ ਬੰਦਾ ਦੂਸਰੇ ਦੀਆਂ ਅੱਖਾਂ ਨਾਲ ਤੁਰਦਾ, ਚੌਂਕਾਂ ਦੇ ਵਿੱਚ ਤੁਸੀਂ ਦੇਖਿਆ ਵੀ ਕਿਸੇ ਦੇ ਮੋਢੇ 'ਤੇ ਤੁਰਿਆ ਜਾਂਦਾ, ਦੇਣੇ ਤਾਂ 10-20 ਰੁਪਈਏ ਸੀਗੇ, ਪਰ ਮੇਰੇ ਵਰਗਾ ਚੰਗੀ ਬੁੱਧੀ ਦਾ ਬੰਦਾ ਹੱਟਾ ਕੱਟਾ ਤੋਂ ਉੱਥੇ ਦਿਹਾੜੀ ਨਹੀਂ ਕਰਦਾ। ਅਤੇ ਸਿਰਫ ਪਰਮਾਤਮਾ ਨੇ ਉਹ ਲਾਇਆ ਹੋਇਆ ਕੰਮ ਤਾਂ ਮੰਗ ਰਿਹਾ ਨਾ, ਅੱਧਾ ਘੰਟਾ ਉਹਦੇ ਨਾਲ ਮੰਗ ਕੇ ਤਾਂ ਦੇਖ, ਤੈਨੂੰ ਪਤਾ ਲੱਗੇ ਵੀ ਬੀਤਦੀ ਕੀ ਹੈ। ਸਾਡੇ ਹਾਲਾਤ ਕਿਉਂ ਮਾੜੇ ਨੇ? ਅਸੀਂ ਜ਼ਿਆਦਾ ਬੁੱਧੀ ਵਰਤਣ ਲੱਗ ਗਏ। ਪਰ ਉਸ ਸਤਿਗੁਰੂ ਨੇ ਕਿਵੇਂ ਕਿਹਨੂੰ ਧੰਦੇ ਲਾਇਆ ਹੋਇਆ, ਇਹ ਕੰਮ ਉਹਦਾ ਹੈ। ਜੇ ਅਸੀਂ ਉਹਦੇ ਕੰਮ ਦੇ ਵਿੱਚ ਜਾ ਕੇ ਲਕੀਰ ਅਤੇ ਫਕੀਰ ਬਣ ਕੇ ਕੋਈ ਉਲਟ ਕੰਮ ਕਰਾਂਗੇ ਅਤੇ ਫਿਰ ਉਹ ਤੁਹਾਨੂੰ ਕਦੇ ਵੇਲੇ ਉਸ ਲਾਈਨ 'ਚ ਲਿਆ ਕੇ ਖੜ੍ਹਾ ਦੇਵੇ, ਤੁਹਾਨੂੰ ਪਤਾ ਨਹੀਂ ਲੱਗਣ ਦਿੰਦਾ।
ਜਦੋਂ ਅਸੀਂ ਮਨ ਦੇ ਵਿੱਚ ਆਪਣੇ ਰਿਸ਼ਤਿਆਂ ਪ੍ਰਤੀ, ਲੋਕਾਂ ਪ੍ਰਤੀ ਜਾਂ ਆਪਣੇ ਵਿਰੋਧੀਆਂ ਪ੍ਰਤੀ ਕਿਸੇ ਤਰ੍ਹਾਂ ਦੀ ਕੋਈ ਖਾਰ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ, ਕੋਈ ਖਾਰ ਰੱਖਦੇ ਹਾਂ, ਕੋਈ ਮੰਦ ਭਾਵਨਾ ਰੱਖਦੇ ਹਾਂ, ਉਹਦੇ ਨਾਲ ਬਿਮਾਰੀਆਂ ਲੱਗਦੀਆਂ ਨੇ ਸਰੀਰ ਨੂੰ ਫਿਰ ਵੈਜੀ? ਫਰੂਕੀ ਸਾਹਿਬ, ਮੇਰਾ ਜ਼ਿਆਦਾਤਰ ਆਪਾਂ ਗੱਲ ਧਾਰਮਿਕ ਗੱਲ ਹੈ, ਪਰ ਮੇਰਾ ਬੜਾ ਵੱਡਾ ਟੌਪਿਕ ਰਿਹਾ ਗ੍ਰਸਤ ਦੇ ਉੱਤੇ। ਮੈਂ ਲੋਕਾਂ ਨੂੰ ਜਦੋਂ ਇਹ ਗੱਲ ਕਹਿਣਾ ਗਾ ਵੀ ਤੇਰੇ ਬਾਹਰ ਕਿੰਨੇ ਰਿਲੇਸ਼ਨ ਆ, ਔਰ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ, ਜਿਹੜੇ ਲੋਕ ਆਪਣੀ ਪਤਨੀ ਦੇ ਪ੍ਰਤੀ ਸਮਰਪਿਤ ਰਹੇ ਨੇ, ਜਿਹੜੀਆਂ ਪਤਨੀਆਂ ਆਪਣੇ ਪਤੀ ਦੇ ਪ੍ਰਤੀ ਸਮਰਪਿਤ ਰਹੀਆਂ ਨੇ, ਸਤਿਕਾਰ ਆ ਉਹਨਾਂ ਦਾ। ਪਰ ਜਿਹੜੇ ਪਤੀ ਆਪਣੀਆਂ ਪਤਨੀਆਂ ਨੂੰ ਛੱਡ ਕੇ ਕਿਤੇ ਹੋਰ ਕੁਛ ਕਰਦੇ ਰਹੇ ਹੈ, ਇੱਥੇ ਨਾ ਬੜੀ ਸਮਝਣ ਦੀ ਲੋੜ ਹੈ। ਸਾਰੇ ਤਰ੍ਹਾਂ ਦਾ ਸੋਫਟਵੇਅਰ ਪਰਮਾਤਮਾ ਨੇ ਤੁਹਾਡੇ ਅੰਦਰ ਫਿੱਟ ਕੀਤਾ, ਪਰ ਕਿੱਥੇ ਬਹਿ ਕੇ ਸੋਫਟਵੇਅਰ ਚਲਾਉਂਦਾ ਸਮਝ ਲੱਗਣ ਨਹੀਂ ਦਿੰਦਾ। ਕਿਹੜੇ ਹਾਰਮੋਨਸ ਕਿੱਥੋਂ ਪੈਦਾ ਕਰਦਾ, ਕਿੱਥੋਂ ਕਿਹੜਾ ਸਿਸਟਮ ਚਲਾ ਰਿਹਾ, ਸੰਸਾਰ ਚਲਾ ਕਿੱਥੋਂ ਰਿਹਾ, ਸੰਸਾਰ ਨੂੰ ਬਣਾ ਕੇ ਆਪ ਹੀ ਸਾਜ ਕੇ, ਆਪ ਹੀ ਥਾਪ ਕੇ, ਆਪ ਹੀ ਸੰਸਾਰ ਨੂੰ ਬਣਾ ਕੇ ਕਿੱਥੇ ਬਹਿ ਕੇ ਦੇਖਦਾ, ਇਹ ਨਹੀਂ ਪਤਾ ਲੱਗ ਰਿਹਾ। ਕਿਸੇ ਵਿਦਵਾਨ ਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਕਿੱਥੇ ਬੈਠ ਕੇ ਉਹ ਕੌਣ ਚੀਜ਼ਾਂ ਦੇਖ ਰਿਹਾ, ਕਿੱਥੋਂ ਉਹਨੂੰ ਸਮਝ ਲੱਗਦੀ ਹੈ। ਜਿਹੜਾ ਬੰਦਾ ਇਸ ਪਾਸੇ ਨੂੰ ਤੁਰਦਾ ਤੇ ਮੈਂ ਦੇਖਿਆ ਵੀ ਤੂੰ ਕੱਲੀ ਇੰਦਰੀ ਦੇ ਮਾਣ ਕਰਕੇ ਗ੍ਰਸਤ ਤੋਂ ਗਲਤ ਆ ਨਾ, ਵੀ ਤੂੰ ਬਾਹਲਾ ਛਿੜੇ ਖਾਧੇ, ਤੂੰ ਬਾਹਲਾ ਤਾਕਤਵਰ ਬਣ ਗਿਆ, ਕਰੈਕਟਰਲੈਸ ਹੋ ਸਕਦਾ, ਹੋਰ ਕਰੈਕਟਰਲੈਸ ਹੋ ਕੇ ਤੂੰ ਬਾਹਲੇ ਮਾੜੇ ਚੰਗੇ ਕੰਮ ਕਰ ਸਕਦਾ, ਤੇ ਪਰਮਾਤਮਾ ਉੱਥੇ ਬੈਠਾ ਹੀ ਚੂੜੀ ਮਰੋੜ ਦਿੰਦਾ। ਤੇ ਹੁਣ ਫਿਰ ਤੁਰਿਆ ਫਿਰਦਾ ਬੰਦਾ ਮੇਰੇ ਵਰਗੇ ਵੈਦਾਂ ਕੋਲੇ, ਵੈਦ ਸਾਹਿਬ ਕਰੋ ਜੀ ਹੀਲਾ ਵਸੀਲਾ, ਕੋਈ ਹੁਣ ਤਾਂ ਟਾਈਟੈਫਿਸ ਹੋਈ ਫਿਰਦੀ ਹੈ, ਕਿਉਂਕਿ ਉਹ ਵੱਡਾ। ਔਰ ਵੱਡੇ ਕੀਆਂ ਵਡਿਆਈਆਂ ਤੁਸੀਂ ਜਾਣਦੇ ਹੋ, ਜਿਹੜੇ ਲੋਕ ਆਪਣੇ ਘਰ ਵਾਲੀਆਂ ਨੂੰ ਸਿੱਧਰੀਆਂ ਕਹਿ ਕੇ ਸੰਬੋਧਨ ਕਰਦੇ ਰਹੇ ਆ, ਤੇ ਪਰਮਾਤਮਾ ਨੇ ਅੰਤ ਵੇਲਾ ਉਹਨਾਂ ਦਾ ਉਹ ਲਿਆਂਦਾ ਜਿਹਦਾ ਕੋਈ ਹਿਸਾਬ ਨਹੀਂ। ਸਮਾਂ ਬੜਾ ਬਲਵਾਨ ਹੈ। ਜਿਹੜੇ ਲੋਕਾਂ ਨੇ ਆਪਣੀਆਂ ਨੂੰਹਾਂ ਨੂੰ 3 ਕੁੜੀਆਂ ਤੋਂ ਬਾਅਦ ਗਾਲਾਂ ਕੱਢੀਆਂ ਨੇ, ਮਾੜਾ ਬੋਲਿਆ, ਇਹਨੇ 3 ਕੁੜੀਆਂ ਜੰਮਤੀਆਂ, ਇਹਨੇ ਫਲਾਨਾ ਕਰਤਾ, ਧਿਉਂਕਾ ਕਰਤਾ, ਬੀਰਜ ਤਾਂ ਆਪਣੇ ਮੁੰਡੇ ਦੇ ਵਿੱਚ ਨਹੀਂ ਸੀਗਾ। ਕੁੜੀਆਂ ਨੇ ਕਿਵੇਂ ਜੰਮਤੀਆਂ, ਨੂੰਹ ਨੇ ਕੁੜੀਆਂ ਕਿਵੇਂ ਬਣਾਤੀਆਂ, ਤੇ ਅੰਤ ਸਮਾਂ ਮੈਂ ਦੇਖਿਆ ਵੀ ਉਹੀ ਨੂੰਹਾਂ ਨੇ ਰੋਟੀ ਦਿੱਤੀ ਹੈ। ਮੇਰਾ ਪ੍ਰੈਕਟੀਕਲ ਤਜਰਬਾ ਰਿਹਾ ਗਾ। ਸਾਡੇ ਖਾਨਦਾਨ ਦੇ ਵਿੱਚ ਇੱਕ ਬੀਬੀ, ਮੈਂ ਨਾਮ ਤਾਂ ਨਹੀਂ ਲੈਣਾ, 3 ਬੇਟੀਆਂ ਹੋ ਗਈਆਂ, ਤੇ ਬੜਾ ਤਿਰਸਕਾਰ ਕਰਦੇ ਕਰਿਆ ਕਰਨ, ਪਰ ਅੰਤ ਸਮਾਂ ਇਹੋ ਜਿਹਾ ਆ ਗਿਆ ਵੀ ਉਸ ਬੀਬੀ ਤੋਂ ਬਿਨਾਂ ਰੋਟੀ ਨਹੀਂ ਦਿੱਤੀ ਕਿਸੇ ਨੇ। ਇਸ ਕਰਕੇ ਉਸ ਦਾਤੇ ਦਾ ਸਿਸਟਮ ਵੱਡਾ, ਅਸੀਂ ਉਹਦੇ ਵਿੱਚ ਜਾਣਾ ਤਾਂ ਸ਼ੁਕਰੀਆ ਅਦਾ ਕਰਨ ਸੀਗਾ, ਪਰ ਅਸੀਂ ਤੁਰ ਪਏ ਉਲਟ ਪਾਸੇ ਨੂੰ। ਕਿਉਂਕਿ ਤੁਸੀਂ ਸੰਸਾਰ 'ਤੇ ਜਿਹੜਾ ਜੀਵ ਆ ਰਿਹਾ, ਜੇ ਉਹਦੇ ਭੇਜੇ ਹੋਏ ਜੀਵਾਂ ਦਾ ਤਿਰਸਕਾਰ ਕਰਦੇ ਹੋ, ਤੇ ਪਰਮਾਤਮਾ ਕਹਿੰਦਾ ਵੀ ਤੈਨੂੰ ਜੇ ਨਹੀਂ ਸਮਝ ਆਈ। ਮੈਂ ਤੁਹਾਨੂੰ ਇੱਕ ਹੋਰ ਹੈਰਾਨੀ ਦੀ ਗੱਲ ਦੱਸਦਾ, ਜਿੰਨੇ ਵੀ ਵੱਡੇ ਵੱਡੇ ਰਹਿਬਰ ਦੁਨੀਆ 'ਤੇ ਹੋਏ ਹੈ, ਉਹ ਰਹਿਬਰ ਕਿਵੇਂ ਬਣ ਗਏ? ਇੱਕ ਮਾਂ ਦੇ ਪੇਟ ਤੋਂ ਰਹਿਬਰ ਪੈਦਾ ਹੋਏ, ਉਹਨਾਂ ਨੇ ਸਾਰੀ ਜ਼ਿੰਦਗੀ ਸ਼ੁਕਰੀਆ ਅਦਾ ਕੀਤਾ, ਔਰ ਸ਼ੁਕਰੀਆ ਦਾ ਇਸ ਲੈਵਲ ਤੱਕ ਕੀਤਾ ਕਿ ਕਦੇ ਲਾਂਭਾ ਨਹੀਂ ਦਿੱਤਾ। ਜੋ ਤੁਧ ਭਾਵੈ ਸਾਹੀ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਸਾਡਾ ਮਾੜਾ ਕਰ ਕਦੋਂ ਸਕਦਾ? ਤੇ ਜਿਨ੍ਹਾਂ ਨੂੰ ਇਹ ਸੋਚ ਆ, ਜਿਨ੍ਹਾਂ ਦੀ ਵੀ ਸਾਡੇ ਬਾਰੇ ਕੁਛ ਨਹੀਂ ਕੀਤਾ, ਸਾਡਾ ਮਾੜਾ ਕੀਤਾ, ਤੇ ਮੇਰਾ ਇੱਕ ਚੈਲੰਜ ਹੈ ਵੀ ਕਾਪੀ ਪੈਨ ਦੇ ਉੱਤੇ ਸਿਰਫ ਇਹ ਲਿਖ ਕੇ ਦਿਖਾ ਦਿਓ ਵੀ ਸਿਰਫ ਤੁਹਾਨੂੰ ਬੰਦੇ ਹੀ ਕਾਹਤੋਂ ਬਣਾਤਾ, 10 ਮੈਨੂੰ ਕਾਬਲੀਅਤਾਂ ਆਪਦੀਆਂ ਦੱਸ ਦਿਓ ਵੀ ਤੁਸੀਂ ਸਿਰਫ ਬੰਦੇ ਬਣਾਏ ਹੋ। ਤੁਹਾਡੇ ਤੋਂ ਜ਼ਿਆਦਾ ਕਾਬਲੀਅਤ ਵਾਲੇ ਬੰਦੇ ਦੁਨੀਆ 'ਤੇ ਹੈਗੇ ਆ। ਤੁਸੀਂ ਕੋਈ ਅਫਸਰ ਲਾਏ ਹੋ, ਤੁਹਾਡੇ ਤੋਂ ਜ਼ਿਆਦਾ ਕਾਬਲੀਅਤ ਵਾਲੇ ਬੰਦੇ ਵਿਹਲੇ ਫਿਰਦੇ ਆ। ਤੁਹਾਡੇ ਮੂੰਹ ਦੇ ਅੰਦਰ ਰੋਟੀ ਜਾ ਰਹੀ ਹੈ ਤੇ ਹਜਮ ਆ ਰਹੀ ਹੈ। ਹਜ਼ਾਰਾਂ ਬੰਦੇ ਆ ਜਿਨ੍ਹਾਂ ਨੂੰ ਰੋਟੀ ਹਜਮ ਨਹੀਂ ਆਉਂਦੀ, ਹਜ਼ਾਰਾਂ ਬੰਦੇ ਆ ਜਿਨ੍ਹਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ। ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ ਤੇ ਆਪਣੀ ਦਇਆ ਕਰਨ ਤੇ ਤੁਹਾਡੇ 'ਤੇ ਤੰਦਰੁਸਤੀ ਬਖਸ਼ ਦੇਣ ਤੁਹਾਨੂੰ। ਨਹੀਂ ਤਾਂ ਹਜ਼ਾਰਾਂ ਬੰਦੇ ਹਸਪਤਾਲਾਂ 'ਚ ਬੈਠੇ ਆ, ਹਜ਼ਾਰਾਂ ਬੰਦੇ ਰਾਤ ਨੂੰ ਹਸਪਤਾਲਾਂ ਦੀ ਬਾਲਕਨੀ 'ਚ ਸੌਂਦੇ ਆ, ਲੱਖਾਂ ਬੰਦਾ ਰੇਲਵੇ ਸਟੇਸ਼ਨਾਂ 'ਤੇ ਸੁੱਤਾ ਪਿਆ, ਮੈਂਟਲ ਹੋਇਆ। ਠੰਡ ਦੇ ਵਿੱਚ ਕੰਬਲ ਨਹੀਂ ਜੁੜਦਾ ਤੇ ਅਸੀਂ ਕੋਟ ਪੈਂਟ ਜਿਹੜਾ ਮਰਜ਼ੀ ਪਾ ਸਕਦੇ ਹਾਂ। ਰੋਟੀ ਖਾਂਦੇ ਹਾਂ, ਹਜਮ ਹੋ ਗਈ। ਸਵੇਰੇ ਉੱਠ ਕੇ 50 ਰੁਪਏ ਦੀ ਚਾਹ ਗੁੜ ਲੈਣ ਵਾਲੇ ਬੰਦਿਆਂ ਤੋਂ ਸਾਨੂੰ ਚੰਗੇ ਰੱਖਿਆ। ਕਾਰਾਂ 'ਚ ਹੀਟਰ ਲੱਗੇ ਆ, ਗੱਡੀਆਂ 'ਚ ਹੀਟਰ ਲੱਗੇ ਆ, ਪਰ ਸੜਕ 'ਤੇ ਠਰ ਠਰ ਕਰਦਾ ਸਾਈਕਲ ਵਾਲਾ ਦੇਖ ਕੇ ਤੇ ਕਾਰ 'ਚ ਬੈਠਾ, ਕਰੋੜ ਦੀ ਕਾਰ। ਮੈਂ ਕਿਰਨ ਤੁਹਾਨੂੰ ਆਪਦੀ ਗੱਲ ਦੱਸਾਂ, ਮੈਂ ਜਲੰਧਰ ਜਾਵਾਂ ਤੇ ਮੇਰਾ ਡਰਾਈਵਰ ਗੱਡੀ ਚਲਾਵੇ,
एक साइकिल वाला पार करन लग्या कार मूर दी लंघण लग्या तो मैं कहा ब्रेक ला ला इनू लंघ लैण दे। वो अंदर कार मैं कहा 2 करोड़ की कार च तू बैठा लैंड क्रूजर च ते तेरे तां भी तेरा मूँह सुक्की जांदा हर पासे हो जा मच गया। एक साइकिल वाला बेचारा ठंड च लंघी जाता है पर परमात्मा सतबुद्धि कित्थों देवे। जे तुहानूं कार ते चढ़ाया तो लंघ लैण दो उन्हां लोकां नूं जिहड़े पैदल ने, लंघ लैण दो उन्हां साइकिल वालियां नूं। पता कुछ नहीं जदों उहदे माड़े जे सेक लग गया तो कदों साइकिल ते चढ़ा देना तुहानूं। जदों तुसीं उहदे शुक्रिया अदा क्यों करना जरूरी है। तुहाडे घर च बेटा गलत पैदा हो सकदा, कर सकदा, बेटी गलत पैदा हो सकती है। और जे तुसीं बहुते सियाणे बन गए कि कुछ पुन्न कर ले तो हुण पुन्न करन दी लोड़ नहीं, तो किसी दे होर बेटी पैदा करके नूंह दे रूप च भी तुहाडे घर च लिया के दे सकदा गा। काम ही बड़ा वो देखी जाता। तुहानूं सारा कुछ तुहाडे घर दा सिस्टम देख रहा क्योंकि संसार उहदा बनाया, तुसीं किराएदार हो। किराएदार बन के मालक की फीलिंग ना लवो, करता पुरख ना बनो। ਜਿਹੜੇ ਬਹੁਤੇ ਕਰਤਾ ਪੁਰਖ ਬਣਨ ਲੱਗ ਗਏ ਵੀ ਹੁਣ ਮੈਂ ਚਲਾਉਣਾ, ਮੈਂ ਉਹਨਾਂ ਦੇ ਘਰ 'ਚ ਕਦੇ ਸੁੱਖ ਨਹੀਂ ਦੇਖਿਆ। ਸਾਡੇ ਘਰਾਂ ਦਾ ਸਿਸਟਮ ਤਾਂ ਬੜਾ ਪੁੱਠਾ ਸਿੱਧਾ ਜਿਹਾ ਹੋਇਆ ਪਿਆ ਜੀ। ਜਿਹੜਾ ਸਾਡੇ ਘਰਾਂ ਦਾ ਸਿਸਟਮ ਹੈ ਉਹ ਇੰਨਾ ਜ਼ਿਆਦਾ ਤਹਿਸ ਨਹਿਸ ਹੋਇਆ ਪਿਆ ਕਿ ਜਿਵੇਂ ਪਹਿਲਾਂ ਸਾਡੇ ਪਰਿਵਾਰ ਹੁੰਦੇ ਸੀ, ਸੰਯੁਕਤ ਪਰਿਵਾਰ ਹੁੰਦੇ ਸੀ, ਵੱਡੇ ਪਰਿਵਾਰ ਹੁੰਦੇ ਸੀ, ਅਤੇ ਜਿਸ ਤਰੀਕੇ ਨਾਲ ਤੁਸੀਂ ਹਮੇਸ਼ਾ ਹੀ ਕਹਿੰਦੇ ਹੋ ਕਿ ਅੱਜ ਤਾਂ ਇੱਕ ਘਰ ਦੇ ਵਿੱਚ ਕਈ ਕਈ ਗੁਆਂਢੀ ਨੇ, ਫਿਰ ਉਹਨਾਂ ਦੇ ਪਿੱਛੇ ਦੇ ਹਾਲਾਤ ਕੀ ਬਣਦੇ ਨੇ? ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਤੱਕ ਅਸੀਂ ਫੀਡ ਸਹੀ ਨਹੀਂ ਕਰਦੇ, ਇਨਵੈਸਟ ਸਹੀ ਨਹੀਂ ਕਰਦੇ ਵਿਚਾਰਾਂ ਦੀ, ਉਦੋਂ ਤੱਕ ਇਹ ਹਾਲਾਤ ਬਣਦੇ ਰਹਿਣਗੇ, ਚਾਹੇ ਸੱਸ ਨੂੰ ਹੋਵੇ, ਦਰਾਣੀ ਜਠਾਣੀ ਹੋਵੇ, ਨੰਦ ਭਰਜਾਈ ਹੋਵੇ ਜਾਂ ਭਰਾਵਾਂ ਭਰਾ ਹੋਣ? देखो पहली गल तो यह है भी जे कोई सके भरा ने जी, फरूकी साहब जे सतगुरु किरपा करन, पहली गल तो जिहड़ा सका भरा नाल दा जम्मिया कदे जिंदगी च उहदा हक नहीं मारना चाहिए। मेरी अपनी सोच है, सतगुरु वड्डे है तुहाडे काम च, तुसीं काहदे वास्ते भरा दा हक मार के वड्डे होना चाहुंदे हो? तुसीं मंगो उहदे तो जिहड़ा दे के नहीं सुणाउंदा, कदे उहने तुहानूं दे के सुणाया। तुसीं समर्था रखो उस दाते ते, भरोसा रखो उस दाते ते, और इस काबलियत तक भरोसा रखो भी सतगुरु तुसीं की नहीं कर सकते। मेरे एक मित्र आ सीधे सीगे बड़े भोले, उन्हां दे भरा ने उन्होंने जायदाद दे विचों टिब्बियां दी जमीन देती, 10 किले जिहड़े रोड दे उत्ते सीगे, चंगी जमीन सी आप रख ली, भरा नूं जमीन देती, जिहड़े टिब्बे सीगे, बंदा सी सिधरा सीधा सादा बंदा सीगा। तो कुदरती गल मेरे को परिवारक आया तो डेरे आके बैठे, कहते जी ऐं करके अड अड होए आ, जमीन सानू देती। मुंडे 2 उन्हां दे नाल, कहते बापू जी ने जी सैन भी करते, असीं वंड वंडईया कर लिया, तो सानू जमीन जिहड़ी आ वो माड़ी देती। मैं कहा तुसीं रोज़ गुरु ग्रंथ साहब दे मूहरे अरदास करनी है कि सतगुरु तुसीं चिड़ियाँ कोल्हां कबूतरां नूं कदे भुखे नहीं मरन दिंदे। सवेरे उठ के कबूतर किवें सोचदे होणगे भी दाणा किहने पाउणा, चिड़ियाँ किवें सोचदियां होणगीਆਂ भी सानू कौन रोटी देऊगा, तोते किवें सोचदे होणगे भी मिर्चां किहने पाउणीਆਂ ने सानू। तुसीं भरोसा रख के अरदास करियो और इक्को अरदास करियो कि वाहिगुरू तुसीं ਉਹ कुछ कर सकते हो, एडा वड्डा संसार पानी के उत्ते खड़ा सकते हो, धरती च पानी के उत्ते एड्डी वड्डी धरती तुसीं खड़ाती, ये तो गल ही कुछ नहीं की। दोने जवाकां दे बाल कट्टे हुए सी, आपां करांगे इंटरव्यू किते उन्हां दे नाल। रोज़ मैं कहा जपजी साहब पढ़ना गा, तो पढ़ के अरदास गुरु घर दे मूहरे करनी है भी सतगुरु तुसीं किरपा करनी है, सानू सोझी बख्शनी है। महाराज ने इन्नी किरपा की, एक मुंडा मिलटरी दे विच फौज दे विच चलिया गया, तो उन्हां दे घर दे कोल जिथे उन्हां दी जमीन जांदी सी, सारी जमीन दे उत्तों दी बाईपास लंघ गया जी। तो जदों बाईपास लंघ गया तो जमीन सारी फ्रंट ते लग गई। जिहड़े भरा ने ठगी लाई सी जां वितकरा कीता सीगा, उहदे दोने मुंडे अमली हो गए, नशा करन लग गए। अज हालात ये आ भी जमीन सारी रोड दे उत्ते आ गई, दुकानां बन गईयां, किराए का कोई अंत नहीं गा। एक तो भाई प्रगट सिंह, उन्हों का मैं नाम भी दसदा, वो सरी चले गए, कनेडा रहिंदे आ। इन्ना कुछ महाराज ने बख्शिया
ਜਿਹਦਾ ਕੋਈ ਹਿਸਾਬ ਨਹੀਂ। ਪਿੱਛੇ ਮੈਨੂੰ ਇੱਕ ਗੱਡੀ ਵਾਸਤੇ ਉਹਨਾਂ ਨੇ ਪੈਸੇ ਕਹੇ ਵੀ ਤੁਹਾਡੇ ਡੇਰੇ ਵਾਸਤੇ ਗੱਡੀ ਦੇਣੀ। ਮੈਂ ਕਹਿੰਦੀ ਗੱਡੀ ਨਹੀਂ ਮੈਂ ਲੈਣੀ, ਮਹਾਰਾਜ ਦੀ ਕਿਰਪਾ 10 ਨੋਹਾਂ ਦੀ ਕਿਰਤ ਕਮਾਈ ਕਰਕੇ ਗੱਡੀ ਲਵਾਂਗੇ। ਕੁਛ ਕੁ ਜਿਹੜੇ ਅਸੀਂ ਕਹਿ ਲਈਏ ਕਿ ਤੁਸੀਂ ਡੇਰੇ ਦੇ ਵਿੱਚ ਵੀ ਹੋ, ਤੁਸੀਂ ਹਿਕਮਤ ਵੀ ਕਰਦੇ ਹੋ, ਲੋਕਾਂ ਦਾ ਇਲਾਜ ਵੀ ਕਰਦੇ ਹੋ, ਪਰ ਜਿਹੜੇ ਤੁਹਾਡੇ ਕੱਪੜੇ ਨੇ, ਜਿਹੜਾ ਤੁਹਾਡਾ ਮੂੰਹ ਮੁਹਾਂਦਰ ਹੈ, ਉਹ ਬਹੁਤਾ ਜ਼ਿਆਦਾ ਅਸੀਂ ਕਹਿ ਲਈਏ ਕਿ ਡੇਰਿਆਂ ਨਾਲ ਮੈਚ ਨਹੀਂ ਕਰਦਾ, ਜਿਹੜੇ ਅੱਜ ਕੱਲ੍ਹ ਦੇ ਡੇਰਿਆਂ ਦੇ ਵਿੱਚ ਬਾਬੇ ਬੈਠੇ ਨੇ। ਫਰੂਕੀ ਸਾਹਿਬ, ਜਿਹੜਾ ਬੰਦਾ ਗੁਰੂ ਨਾਨਕ ਸਾਹਿਬ ਦੇ ਫਲਸਫੇ 'ਤੇ ਨਹੀਂ ਚੱਲਦਾ, ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਨੇ ਆਪ ਖੇਤੀ ਕੀਤੀ। ਹੁਣ ਗੁਰੂ ਨਾਨਕ ਸਾਹਿਬ ਤੋਂ ਵੱਡਾ ਸਾਧ ਕਿੱਥੋਂ ਪੈਦਾ ਕਰਦੀ ਹੈ? ਜੇ ਉਹਨਾਂ ਨੂੰ ਖੇਤੀ ਕਰਨ ਦੀ ਲੋੜ ਆ, ਤੇ ਮਹਾਰਾਜ ਨੇ ਕਿਹਾ ਵੀ ਉੱਤਮ ਖੇਤੀ ਮੱਧਮ ਵਪਾਰ। ਉਹ ਕਿਹਾ ਨੀਗਾ ਤੇ ਕਰਕੇ ਦਿਖਾਇਆ। ਸਤਿਗੁਰੂ ਨੇ ਖੇਤੀ ਕੀਤੀ ਹੈ। ਮੋਦੀ ਖਾਨ ਨੇ 13 ਤੋਲੀਆਂ ਨੇ, ਇਕੱਲੇ ਗੱਡੀਆਂ ਦਾ ਨੰਬਰ 13 ਲਵਾ ਕੇ ਬਾਬਾ ਬਣਨਾ ਬੜਾ ਔਖਾ। ਸਤਿਗੁਰੂ ਨੇ ਆਪ ਕੰਮ ਕੀਤੇ ਨੇ। ਡੇਰੇ ਦੀ ਪੱਗ ਅੱਜ ਮੇਰੇ ਕੋਲ ਆ, ਮੇਰੇ ਤੋਂ ਪਹਿਲਾਂ ਕਿਸੇ ਕੋਲ ਹੋਰ ਸੀ, ਤੇ ਅਗਲੇ ਬੰਦੇ ਤਿਆਰ ਆ, ਮੇਰੇ ਮਰਨ ਦੀ ਤਿਆਰੀ ਹੈ, ਅਗਲਿਆਂ ਨੇ ਆ ਕੇ ਬਹਿ ਜਾਣਾ ਹੈ। ਪਰ ਮੈਂ ਕੀ ਆਪਦੀ ਜ਼ਿੰਦਗੀ ਦੇ ਵਿੱਚ ਡਾਲੀ ਵਾਲੀਆਂ ਰੋਟੀਆਂ ਖਾਂਦੀਆਂ ਤੇ ਨਿਰਭਰ ਰਹਾਂ? ਫਿਰ ਮੇਰਾ ਇਸ ਬੋਝ ਦਾ ਜੰਮੇ ਦਾ ਫਾਇਦਾ ਕੀ ਹੋਇਆ? ਤੇ ਜੇ ਮੈਂ ਸਤਿਗੁਰੂ ਦੇ ਦਿੱਤੇ, ਬਹੁਤ ਬੰਦੇ ਆ ਕੇ ਲੜਦੇ ਆ, ਬਾਬਾ ਜੀ ਆਸ਼ੀਰਵਾਦ ਦੇ ਦਿਓ। ਮੈਂ ਕਿਹਾ ਮੇਰੇ ਆਸ਼ੀਰਵਾਦ 'ਚ ਜੇ ਇੰਨੀ ਤਾਕਤ ਹੋਵੇ ਤੇ ਫਿਰ ਧਰ ਦਿਓ ਉੱਥੇ DMC ਲਿਜਾ ਕੇ ਲੋਕਾਂ ਦੇ ਸਿਰ 'ਤੇ ਹੱਥ। ਉੱਤੇ ਤਾਂ ਦੁਖੀ ਚੜ੍ਹੇ ਤੇ ਚੜ੍ਹਾ ਦੁਖੀ ਪਿਆ ਗਾ। ਇਹਦਾ ਮਤਲਬ ਮੇਰੇ ਆਸ਼ੀਰਵਾਦ 'ਚ ਜੇ ਤਾਕਤ ਹੋਵੇ, ਇਹ ਆਸ਼ੀਰਵਾਦ ਲੋਕਾਂ ਦੇ ਪਾਪ ਕਿਤੇ ਕੱਟ ਸਕੇ। ਪਾਪ ਬੰਦੇ ਨੇ ਆਪਦੇ ਕਰਮਾਂ ਦੇ ਆਪ ਕੱਟਣੇ। ਹੁਣ ਤੁਸੀਂ ਕਹਿੰਦੇ ਹੋ ਕਿ ਪਾਪ ਕਰ ਲਿਆ, ਅਸੀਂ ਗੰਗਾ ਨਹਾਉਣ ਜਾਣਾ। ਗੰਗਾ ਸਰੀਰ ਦੇ ਕੱਲੇ ਅੰਗ ਨੂੰ ਤਾਂ ਧੋ ਸਕਦੇ, ਕਿਚੜ ਲੱਗ ਗਿਆ ਗੰਗਾ 'ਚ ਨਹਾ ਲਓ, ਸਾਫ਼ ਤਾਂ ਕਰ ਦੂ, ਪਰ ਪਾਪ ਤਾਂ ਆਤਮਾ ਨੇ ਕੀਤੇ ਆ। ਹੁਣ ਆਤਮਾ ਤੱਕ ਗੰਗਾ ਕਿਵੇਂ ਜਾਵੇ? ਗੰਗਾ ਪਹੁੰਚੇ ਕਿਵੇਂ ਉਸ ਅੰਦਰਲੇ ਕੀਤੇ ਹੋਏ ਪਾਪ ਤੇ ਅੰਦਰਲੇ ਪਾਪ ਜਦੋਂ ਤੱਕ ਨਹੀਂ ਧੋਂਦੇ, ਉਹਨਾਂ ਚਿਰ ਗੱਲ ਬਣਨੀ ਨਹੀਂ ਗੀ। ਇਸ ਜਿਹੜੀ ਮੱਤ ਆ ਨਾ ਸਾਡੀ, ਇਹ ਕਿਤੇ ਗੁਰੂ ਸਮਰੱਥ ਸਤਿਗੁਰੂ ਮਿਲ ਜਾਣ, ਚੰਗੇ ਸੰਤ ਮਿਲ ਜਾਣ, ਚੰਗੇ ਮਹਾਂਪੁਰਸ਼ ਮਿਲ ਜਾਣ, ਰਾਹ ਤਾਂ ਪਾ ਸਕਦੇ ਆ, ਪਰ ਮਿਹਨਤ ਤਾਂ ਆਪ ਕਰਨੀ ਪਊ। ਜੇ ਤੁਹਾਨੂੰ ਬੀਜ ਚੰਗਾ ਕਿਤੋਂ ਮਿਲ ਗਿਆ, ਪਰ ਧਰਤੀ ਤਾਂ ਤੁਹਾਨੂੰ ਸਵਾਰਨੀ ਪੈਣੀ ਹੈ, ਬੀਜਣੀ ਤਾਂ ਪੈਣੀ ਹੈ। ਇਸ ਕਰਕੇ ਸਾਡੇ ਲੋਕਾਂ ਨੂੰ ਬੇਸ਼ੁਕਰੇਪਣ ਤੋਂ ਹਟ ਕੇ, ਜੇ ਤੁਹਾਡੇ ਘਰ 'ਚ ਕੋਈ ਜੀਅ ਪੈਦਾ ਹੋਇਆ, ਪਹਿਲਾਂ ਉਹਦਾ ਸ਼ੁਕਰੀਆ ਦਾ, ਫਿਰ ਜੇ ਕੋਈ ਨੂੰਹ ਪੁੱਤ ਤੁਹਾਡੇ ਘਰ ਦਾ ਹੈਗਾ, ਉਹਦਾ ਸ਼ੁਕਰੀਆ ਦਾ। ਹੁਣ ਤੇ ਆਪਾਂ ਆਮ ਗੱਲ ਕਰਦੇ ਹਾਂ ਵੀ ਚਲੋ ਮੇਰੇ ਬੇਟਾ ਪੈਦਾ ਹੋ ਗਿਆ। ਹੁਣ ਜੇ ਬੇਟਾ ਪੈਦਾ ਹੋ ਗਿਆ, ਬੇਟਾ ਪੈਦਾ ਹੋਇਆ ਤੇ ਮੇਰੀ ਵਾਈਫ ਔਤ ਤੋਂ ਬਚ ਗਈ, ਤੇ ਸ਼ੁਕਰੀਆ ਤਾਂ ਮੈਨੂੰ ਕਰਨਾ ਚਾਹੀਦਾ ਕਿ ਬੇਟੇ ਨੂੰ ਕਰਨਾ ਚਾਹੀਦਾ? ਜੇ ਮੇਰੇ ਬੇਟਾ ਪੈਦਾ ਹੁੰਦਾ ਨਾ, ਜਾਂ ਮੇਰੇ ਬੇਟੀਆਂ ਪੈਦਾ ਨਾ ਹੁੰਦੀਆਂ, ਜੇ ਮੇਰੇ ਬੱਚਾ ਪੈਦਾ ਨਾ ਹੁੰਦਾ, ਤੇ ਲੋਕਾਂ ਨੇ ਮੈਨੂੰ ਘਰੇ ਸੱਦ ਕੇ ਕਹਿਣਾ ਸੀਗਾ ਇਹਨੂੰ ਪਰੇ ਕਰਕੇ ਬਿਠਾ ਦਿਓ, ਮੇਰੀ ਵਾਈਫ ਨੂੰ ਪਰੇ ਕਰਕੇ ਬਿਠਾਉਣਾ ਸੀਗਾ, ਇਹਨਾਂ ਦਾ ਪਰਛਾਵਾਂ ਨਾ ਕਿਤੇ ਪੈ ਜੇ, ਇਹਨਾਂ ਦੇ ਨਿਆਣਾ ਨਹੀਂ ਪੈਦਾ ਹੋਇਆ, ਸਾਡੀ ਨਵੀਂ ਆਈ ਬਹੂ ਦੇ ਉੱਤੇ ਕਿਤੇ ਪਰਛਾਵਾਂ ਨਾ ਪੈ ਜੇ। ਸ਼ੁਕਰੀਆ ਤਾਂ ਕਰਨਾ ਸੀ ਵੀ ਸਤਿਗੁਰੂ ਤੂੰ ਮੈਨੂੰ ਔਤ ਮਰਨ ਤੋਂ ਬਚਾਤਾ। ਪਰ ਬੰਦਾ ਅਹਿਸਾਨ ਫਰਾਮੋਸ਼ ਹੈ, ਕਹੀ ਜਾਂਦਾ ਜਵਾਕ ਜੰਮ ਕੇ, ਜੇ ਮੈਂ ਨਾ ਹੋਵਾਂ, ਜੇ ਤੂੰ ਨਾ ਹੋਵੇਂ, ਤਾਂ ਫਿਰ ਉਹਨਾਂ ਦੇ ਕਰਕੇ ਦਿਖਾ ਦੇ ਜਿਹੜਾ ਕੁਛ ਤੂੰ ਕਰ ਸਕਦਾ ਗਾ। ਇਸ ਕਰਕੇ ਉਹ ਸਤਿਗੁਰੂ ਦਾ ਸ਼ੁਕਰੀਆ ਅਦਾ ਕਰਨਾ ਜ਼ਰੂਰੀ ਹੈ। ਜਿਹੜੇ ਬੇਸ਼ੁਕਰੇ ਲੋਕ ਅੱਜ ਵੀ ਇਸ ਗੱਲ ਨੂੰ ਗੁਰੂ ਘਰ ਕਿਉਂ ਜਾਣਾ ਜ਼ਰੂਰੀ ਹੈ ਸਵਾਲ ਕਰਦੇ ਹੈ, ਉਹ ਇੱਕੋ ਸਵਾਲ ਦਾ ਜਵਾਬ ਦੇ ਦੇਣ ਵੀ ਜਿੰਨਾ ਕੁਛ ਸਤਿਗੁਰੂ ਨੇ ਤੁਹਾਨੂੰ ਦਿੱਤਾ, ਤੁਹਾਡੇ ਤੋਂ ਪਿਛਲੀ ਪੀੜ੍ਹੀ ਨੂੰ ਨਾ ਦਿੱਤਾ। ਇੱਥੇ ਜੱਦੀ ਨਾ ਰਿਹਾ, ਕੋਈ ਕਿੱਡੇ ਰਾਜੇ ਦੁਨੀਆ ਤੋਂ ਹੋ ਕੇ ਚਲੇ ਗਏ, ਅਤੇ ਬਹੁਤ ਬੜੇ ਸੌਦਾਗਰ ਜਿਹੜੇ ਦੁਨੀਆ 'ਤੇ ਹੋਏ ਆ, ਸੋਨੇ ਚਾਂਦੀ ਦੇ ਭਾਂਡਿਆਂ 'ਚ ਰੋਟੀ ਖਾਂਦੇ ਰਹੇ ਆ, ਅਤੇ ਮਰਨ ਵੇਲੇ ਲੋਕਾਂ ਨੇ ਪਿਸ਼ਾਬ ਕੀਤੀ ਆ ਉਹਨਾਂ ਦੇ ਮੂੰਹ 'ਤੇ, ਕਿਉਂਕਿ ਬਰਕਤਾਂ ਖਤਮ ਕਰਤੀ, ਖਜ਼ਾਨਾ ਖਾਲੀ ਕਰਤਾ। ਸਤਿਗੁਰੂ ਨੇ ਜਿਨ੍ਹਾਂ ਨੂੰ ਰਾਜ ਭਾਗ ਬਖਸ਼ਣਾ, ਬਖਸ਼ਣ ਵਾਲਾ ਕੋਈ ਹੋਰ ਹੈ। ਜਿਨ੍ਹਾਂ ਨੂੰ ਲੋਕਾਂ ਨੂੰ ਇਹ ਗੱਲ ਦੀ ਸਮਝ ਨਹੀਂ ਗਈ, ਉਹ ਅੱਜ ਵੀ ਇਹੀ ਕੰਮਾਂ 'ਚ ਤੁਰੇ ਫਿਰਦੇ ਆ। ਕਿਉਂ ਸਤਿਗੁਰੂ ਦੇ ਦਰ 'ਤੇ ਜਾ ਕੇ ਉੱਥੇ ਨੱਕ ਟੇਕਣਾ ਜ਼ਰੂਰੀ ਹੈ? ਕਿਉਂਕਿ ਉਹ ਵੱਡਾ ਸਿਸਟਮ ਹੈ, ਔਰ ਕਈ ਤਰ੍ਹਾਂ ਦੇ ਤੁਹਾਡੇ ਪਰਦੇ ਉਹੀ ਢੱਕ ਸਕਦਾ। ਮੈਂ ਲੋਕਾਂ ਨੂੰ ਕਹਿੰਦਾ ਵੀ ਝੂਠ ਨਾ ਛੱਡੋ, ਪ੍ਰਸ਼ਾਦਾ ਤੁਸੀਂ ਛਕਦੇ ਹੋ। ਪਿੱਛੇ ਮੇਰੇ ਕੋਲ ਇੱਕ ਪਰਿਵਾਰ ਕੈਨੇਡਾ ਤੋਂ ਆਇਆ, ਅਤੇ ਉਹਨਾਂ ਨੇ ਕਿਤੇ ਗਲਤੀ ਨਾਲ ਪ੍ਰੋਗਰਾਮ ਰੱਖ ਲਿਆ, ਮੈਨੂੰ ਵੀ ਸੱਦ ਲਿਆ, ਅਤੇ ਕੇਕ ਕੱਟ ਕੇ ਅਤੇ ਬੱਚੇ ਦੇ ਮੂੰਹ ਦੇ ਉੱਤੇ ਮਲਤਾ। ਜਵਾਕ ਸਿਆਣੇ ਸੀਗੇ। ਮੈਂ ਕਿਹਾ ਵੀ ਇਹਦਾ ਫਾਇਦਾ ਕੀ ਹੋਇਆ?
ਜਾਂ ਤਾਂ ਮੂੰਹ ਤੋਂ ਹੁਣ ਲਾ ਕੇ ਜੀਭਾਂ ਚੱਟ ਲਓ ਫਿਰ ਇਹਨੂੰ। ਕਹਿੰਦੇ ਨਹੀਂ ਜੀ ਇਹ ਤਾਂ ਹੋ ਨਹੀਂ ਸਕਦਾ। ਉਹ ਕੇਕ ਥੱਲੇ ਡਿੱਗ ਪਿਆ। ਮੈਂ ਕਿਹਾ ਤੁਸੀਂ ਰੱਬ ਨੂੰ ਟੱਬ ਦੱਸਣ ਲੱਗ ਗਏ। ਚੇਤੇ ਰੱਖਿਓ ਜਿਹੜਾ ਕਰਮ ਤੁਸੀਂ ਕਰ ਲਿਆ, ਤੇ ਜੇ ਆਪਦੇ ਵਾਲੀ ਤੇ ਸਤਿਗੁਰੂ ਕਿਰਪਾ ਰੱਖਣ ਉਹਨਾਂ ਲੋਕਾਂ ਤੇ, ਆਪਦੇ ਵਾਲੀ ਤੇ ਆ ਜੇ ਨਾ ਤੇ ਹਜ਼ਾਰਾਂ ਆ ਕੇ ਅਫਰੀਕਾ ਦੇਖੋ। ਅਫਰੀਕਾ ਅਸੀਂ ਇੱਕ ਡੇਰਾ ਬਣਾਉਣ ਲੱਗੇ ਹਾਂ। ਜੂਠੀਆਂ ਰੋਟੀਆਂ, ਸਿੱਟੀਆਂ ਹੋਈਆਂ ਰੋਟੀਆਂ, ਹੋਟਲਾਂ ਦੇ ਖਾਣਿਆਂ ਦੇ ਵਿੱਚੋਂ ਕੌਲੀਆਂ 'ਚੋਂ ਚੁੱਕ ਕੇ ਰੋਟੀ ਖਾਂਦੇ ਜਵਾਕ ਦੇਖਿਆ ਮੈਂ। ਅਤੇ ਜਿਨ੍ਹਾਂ ਨੂੰ ਸਤਿਗੁਰੂ ਨੇ ਬਖਸ਼ਿਆ ਉਹ ਲੋਕਾਂ ਦੇ ਖਾਣ ਵਾਲੀ ਚੀਜ਼ ਨੂੰ ਮੂੰਹ 'ਤੇ ਮਲਣ ਤਾਂ ਲੱਗ ਗਏ, ਪਰ ਜੇ ਕਿਤੇ ਉਹਦੀ ਨਿਗਾਹ ਹੋ ਗਈ ਨਾ ਮਾੜੀ ਜੀ, ਤੇ ਕੇਕ ਲੈਣ ਦੀ ਤੇਰੇ 'ਚ ਔਕਾਤ ਨਹੀਂ ਰਹਿਣ ਦੇਣੀ। ਕਿਉਂਕਿ ਸਤਿਗੁਰੂ ਵੱਡਿਆ ਪਹਿਲਾਂ ਤੈਨੂੰ ਸਭ ਕੁਛ ਦਿੱਤਾ ਤੇ ਫਿਰ ਤੂੰ ਅੱਗੇ ਕੁਛ ਦਿੱਤਾ। ਜੇਬ 'ਚੋਂ ਕੱਢ ਕੇ ਕੋਈ ਕਹਿੰਦਾ ਮੈਂ 100 ਰੁਪਈਆ ਦੇਤਾ, ਮੈਂ ਕਿਹਾ ਜੇ ਉਹ ਨਾ ਦੇਵੇ ਰੁਪਈਏ ਤਾਂ 10 ਨਹੀਂ ਦਿੱਤੇ ਜਾਣੇ ਤੇ ਤੂੰ ਕਹਿੰਦਾ ਮੈਂ ਭੰਗੜਾ ਪਾਉਂਦਿਆਂ ਨੂੰ 1000 ਰੁਪਈਆ ਲਟਾਤਾ, ਅਤੇ ਜਿਹੜੇ ਉੱਥੇ 5000 ਬੈਠਾ ਉਹਨਾਂ 'ਚ ਲਟਾਉਣ ਦੀ ਸਮਰੱਥਾ ਨਹੀਂ ਦਿੱਤੀ। ਜੇ ਸਤਿਗੁਰੂ ਨੇ ਤੈਨੂੰ ਸਭ ਕੁਛ ਦਿੱਤਾ ਫਿਰ ਹੁਣ ਤਾਂ ਹੋਰ ਜ਼ਿਆਦਾ ਸ਼ੁਕਰੀਆ ਅਦਾ ਕਰ ਵੀ ਮੈਨੂੰ ਉੱਠੇ ਨੂੰ ਸਵੇਰੇ ਸਾਰਾ ਕੁਛ ਨੌਕਰ ਚਾਕਰ ਮਿਲੇ ਨੇ, ਖਾਣ ਨੂੰ ਚੀਜ਼ਾਂ ਮਿਲਦੀਆਂ ਨੇ। ਸਾਡੇ ਲੋਕ ਜਿੰਨੇ ਉਹਦੇ ਬੇਸ਼ੁਕਰੀ ਵਾਲੇ ਪਾਸੇ ਨੂੰ ਜਾ ਰਹੇ ਆ, ਮੈਂ ਸਮਝਦਾ ਕਿ ਉਹਨਾਂ ਦੇ ਬੈਂਕ ਦੇ ਖਾਤੇ ਖਾਲੀ ਹੋ ਰਹੇ ਆ। ਅੰਤ ਸਮਾਂ ਤਾਈਓ ਲੋਕਾਂ ਦਾ ਮਾੜਾ ਜਾ ਰਿਹਾ। ਘਰ ਦੇ ਵਿੱਚ ਕਲੇਸ਼ ਰਹਿਣ ਦਾ ਕਾਰਨ ਬੇਸ਼ੁਕਰੇ ਕਾਰੋਬਾਰ ਟੱਪ ਜਾਂਦੇ ਆ, ਖ਼ਤਮ ਹੋ ਜਾਂਦੇ ਆ। ਮੈਂ ਇੱਥੇ ਇੱਕ ਲੁਧਿਆਣੇ ਦਾ ਪਰਿਵਾਰ ਸੀਗਾ, ਮੇਰੇ ਕੋਲ ਆ ਕੇ ਬੰਦੇ ਦੱਸਣ ਲੱਗ ਗਏ, ਕਹਿੰਦੇ ਜੀ ਕੈਸਾ ਪਰਿਵਾਰ ਸੀ ਇੱਥੇ। 12 ਵਜੇ ਤੋਂ ਪਹਿਲਾਂ ਜੇ ਉਹਨਾਂ ਦਾ ਕੰਮ ਕਰਤਾ ਅਤੇ 12 ਵਜੇ ਤੋਂ ਪਹਿਲਾਂ ਪੈਸੇ ਲੈ ਜਾਓ ਜਿਨ੍ਹਾਂ ਨੇ ਲਿਜਾਣੇ ਆ, ਅਤੇ 12 ਵਜੇ ਤੋਂ ਬਾਅਦ ਟਰੰਕ ਭਰਿਆ ਹੁੰਦਾ ਸੀ ਪੈਸਿਆਂ ਦਾ, ਅਤੇ ਅਗਲੇ ਨੂੰ ਵੜਨ ਨਹੀਂ ਸੀ ਦਿੰਦੇ। ਮੈਂ ਕਿਹਾ ਫਿਰ? ਕਹਿੰਦੇ ਵੀ ਬਸ ਫਿਰ ਬੋਤਲ ਖੋਲ੍ਹ ਲੈਣੀ ਅਤੇ ਚੱਲਣ ਦਿਓ ਜੀ ਕੰਮ। ਅਤੇ ਮੈਂ ਕਿਹਾ ਅੱਜ ਕੀ ਹਾਲ ਆ? ਚੁੱਪ। ਤੁਸੀਂ, ਤੁਹਾਡੀ ਕੀ ਔਕਾਤ ਆ ਤੁਸੀਂ ਕਿਸੇ ਨੂੰ ਦੇ ਦੋਗੇ ਕੁਛ? ਜੇ ਉਹ ਬਰਕਤਾਂ ਨਾ ਪਾਵੇ ਅਤੇ ਫਿਰ ਤੁਹਾਡੇ 1 ਤੋਂ 3 ਨਹੀਂ ਕਰ ਸਕਦਾ। ਅਤੇ ਪਰ ਜਿਹਦੇ ਉਹਨੇ ਬਰਕਤਾਂ ਪਾਤੀਆਂ ਅਤੇ ਫਿਰ ਦੁਬਈ ਦੀਆਂ ਧਰਤੀਆਂ ਦੇ ਉੱਤੇ ਉਹਨੇ ਪੇੜ ਪੌਦੇ ਲਾਤੇ ਰੇਗਿਸਤਾਨ ਦੇ ਵਿੱਚ, ਉਹੀ ਲਾ ਸਕਦਾ। ਉਹ ਵੱਡਾ ਸਿਸਟਮ ਆ ਫਰੂਕੀ ਸਾਹਿਬ। ਸਾਡੇ ਲੋਕਾਂ ਨੂੰ ਗੱਲ ਉਹਦੀ ਕਿਤੇ ਸਮਝ ਲੱਗ ਜੇ ਨਾ ਵੀ ਉਹ ਜੇਵੜ ਆਪ ਤੇਵੜ ਤੇਰੀ ਦਾਤ। ਮੈਂ ਲੋਕਾਂ ਨੂੰ ਕਹਿੰਦਾ ਤੁਸੀਂ ਕਾਰ ਮੰਗਣ ਦੀ ਗੱਲ ਕਰਦੇ ਹੋ, ਤੁਸੀਂ ਜਹਾਜ਼, ਤੁਸੀਂ ਪਿੱਛੇ ਆਪਾਂ ਸਿਰਫ ਬਹੁਤ ਬੰਦਿਆਂ ਨੂੰ ਮੇਰੀ ਇਹ ਸਵਾਲ ਕੀਤੇ ਆ ਮੈਂ ਵੀ ਸਿਰਫ ਤੁਸੀਂ ਆਪਣੇ ਬਾਪੂ ਨੂੰ ਪੁੱਛ ਕੇ ਦੇਖੋ ਵੀ ਜਹਾਜ਼ 'ਤੇ ਚੜ੍ਹੇ? ਕਦੇ ਸੁਪਨਾ ਲੈ ਸਕਦਾ ਸੀ ਜਹਾਜ਼ 'ਤੇ ਚੜ੍ਹਨ ਦਾ? ਕਦੇ ਆਪਾਂ ਸੁਪਨਾ ਲੈ ਸਕਦੇ ਜਿਹੜੇ ਘਰਾਂ 'ਚ ਆਪਾਂ ਕੈਨੇਡਾ ਅਮਰੀਕਾ 'ਚ ਜਾ ਕੇ ਰਹਿੰਦੇ ਹਾਂ। ਮੈਂ ਹੁਣ ਥੋੜ੍ਹੇ ਦਿਨ ਪਹਿਲਾਂ ਅਮਰੀਕਾ ਗਿਆ, ਅਤੇ ਜਿਹੜੇ ਭਾਈ ਸਾਹਿਬ ਮੈਨੂੰ ਲੈਣ ਆਏ ਨਾ, ਅਤੇ ਉਹ ਕਹਿੰਦੇ ਵੀ ਅਮਰੀਕਾ ਦੀ ਸਭ ਤੋਂ ਮਹਿੰਗੀ ਗੱਡੀ ਵੈਸੇ ਸਾਹਿਬ ਜਿਹੜੇ 'ਚ ਮੈਂ ਤੁਹਾਨੂੰ ਬਿਠਾਇਆ ਗਾ। ਮੈਂ ਕਿਹਾ ਵੀ ਫਿਰ ਕਿਵੇਂ ਫੀਲ ਹੁੰਦਾ? ਉਹ ਬੰਦਾ ਰੋਣ ਲੱਗ ਗਿਆ ਜੀ। ਅਤੇ ਮੈਂ ਕਿਹਾ ਕੀ ਗੱਲ ਹੋ ਗਈ ਭਾਈ ਸਾਹਿਬ? ਤੁਰੀ ਜਾਂਦੀ ਗੱਡੀ ਉਹਨੇ ਸਾਈਡ 'ਤੇ ਲਾ ਕੇ ਨਾ ਅਤੇ ਧਰਤੀ 'ਤੇ ਗੋਡੇ ਟੇਕ ਕੇ ਨੱਕ ਰਗੜਿਆ ਜੀ ਧਰਤੀ 'ਤੇ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਵੈਦ ਸਾਹਿਬ ਸ਼ਬਦ ਗਲਤ ਬੋਲਿਆ ਗਿਆ। ਮੈਂ ਕਿਹਾ ਵੀ ਉਹ ਕਿਉਂ? ਕਹਿੰਦਾ ਉਹਦੀ ਕਿਰਪਾ ਹੋ ਗਈ, ਉਹ ਤਾਂ ਜਹਾਜ਼ ਬਖਸ਼ਦੇ ਜੀ। ਕਿੱਡੇ ਕਿੱਡੇ ਬੰਦਿਆਂ ਨੂੰ ਕੀ ਬਖਸ਼ਤਾ। ਉਹ ਕਹਿੰਦੇ ਤਾਂ ਗੱਡੀ ਬਹੁਤ ਛੋਟੀ ਚੀਜ਼ ਹੈ। ਮੈਂ ਕਿਹਾ ਬਸ ਮਾਣ ਨਾ ਕੀਜੈ ਸ਼ਰਨ ਪਰੀਜੈ ਅਤੇ ਕਰੇ ਸੋ ਭਲਾ ਮਨਾਈਏ। ਜਿਨ੍ਹਾਂ ਲੋਕਾਂ ਨੂੰ ਗੱਲ ਇਹ ਸਮਝ ਲੱਗ ਗਈ, ਮੈਂ ਅਕਸਰ ਲੋਕਾਂ ਨੂੰ ਕਹਿੰਦਾ ਵੀ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜ਼ਕ ਆਗੇ ਕਰ ਧਰਿਆ। ਕੌਣ ਦਿੰਦਾ ਉਹਨਾਂ ਦੇ ਵਿੱਚ ਜਾ ਕੇ ਰਿਜ਼ਕ ਉਹਨਾਂ ਨੂੰ? ਕਦੇ ਦੇਖਿਆ ਵੀ ਕੀੜੀਆਂ ਸੁੱਕੀ ਜੇ ਉਹ ਆਪਦੇ ਵਾਲੀ 'ਤੇ ਆ ਜਾਏ? ਇੱਕ ਜਗ੍ਹਾ 'ਤੇ ਮਹਾਰਾਜ ਨੇ ਇਹ ਵੀ ਫਰਮਾਇਆ ਵੀ ਜੇ ਉਹ ਉਡਿਆਵੇ ਸਹਿ ਕੋਸਾ, ਤਿਸ ਪਾਛੇ ਬਚੜੇ ਛੜਿਆ, ਤਿਨ ਕਵਨ ਖਿਲਾਵੇ ਕਵਨ ਚਗਾਵੇ, ਮਨ ਮੈਂ ਸਿਮਰਨ ਕਰਿਆ ਸਭ ਨਿਧਾਨ, 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮਪਦ ਪਾਇਆ, ਸੂਕੇ ਕਾਸਟ ਹਰਿਆ। ਸੁੱਕੀਆਂ ਲੱਕੜਾਂ ਦੇ ਵਿੱਚ ਵੀ ਉਹ ਸਾਰਾ ਕੁਛ ਪਾ ਸਕਦਾ, ਦੇ ਸਕਦਾ, ਬਰਕਤਾਂ ਪਾ ਸਕਦਾ। ਪਰ ਬਰਕਤਾਂ ਉਹੀ ਪਾ ਸਕਦਾ ਨਾ ਜਿਹਦੇ ਕੋਲ ਬਰਕਤਾਂ ਹੋਣਗੀਆਂ ਜੀ। ਪਰ ਉਹ ਜਿਨ੍ਹਾਂ ਲੋਕਾਂ ਨੂੰ ਗੱਲ ਉਹਦੀ ਸਮਝ ਲੱਗ ਗਈ, ਜਿਨ੍ਹਾਂ ਲੋਕਾਂ ਨੂੰ ਇਹ ਸਾਰਾ ਸਿਸਟਮ ਉਹ ਉਹਨਾਂ ਦੀਆਂ ਬਰਕਤਾਂ ਨੂੰ ਸਮਝ ਸਕਦੇ ਆ। ਜਿਹੜੇ ਲੋਕ ਨੇ ਅੱਜ ਵੀ ਟਿੱਪਣੀ ਕਰੀ ਜਾਂਦੇ ਆ
मैं समझदा भी लोग सवाल बहुत करते हैं। ਹੁਣ ਕਈ ਬੰਦਿਆਂ ਨੂੰ ਮੈਂ ਇਹ ਗੱਲ ਪੁੱਛਦਾ ਵੀ ਜਿਹੜੇ 2 ਵਜੇ ਜਾ ਕੇ ਦਰਬਾਰ ਸਾਹਿਬ ਆਪਾਂ ਤਾਂ ਰਜਾਈ ਲਈ ਪਏ ਹੁੰਦੇ ਆ ਤੇ ਨੰਗੇ ਪੈਰ ਉੱਥੇ ਜਾ ਕੇ ਬੈਠੇ ਆ, ਉਹ ਮੂਰਖ ਨੇ। ਜਿਹੜੇ 4 ਵਜੇ ਸਵੇਰੇ 3 ਵਜੇ ਜਾ ਕੇ ਸ਼ਿਵ ਦੁਆਲੇ शिव जी ਦੇ ਚੜ੍ਹਾਈ ਜਾਂਦੇ ਆ ਗੰਗਾ ਜਲ, ਕੱਚੀ ਲੱਸੀ शिव जी ਦੇ ਉੱਤੇ ਚੜ੍ਹਾਈ ਜਾਂਦੇ, ਉਹ ਮੂਰਖ ਨੇ। ਜਿਹੜੇ ਕੁਰਾਨ ਸ਼ਰੀਫ ਦੇ ਉੱਥੇ ਜਾ ਕੇ ਠੰਡੇ ਪੱਥਰ ਦੇ ਉੱਤੇ ਨੰਗੇ ਪੈਰ ਚਾਰੇ ਪਾਸੇ ਉਹਦੇ ਦਰਸ਼ਨ ਕਰੀ ਜਾਂਦੇ ਮੱਕੇ ਗਏ, ਉਹ ਪਾਗਲ ਨੇ। ਉਹ ਬੇਸ਼ੁਕਰੇ ਲੋਕੋ ਜਿਨ੍ਹਾਂ ਨੂੰ ਜਿੱਥੋਂ ਰਸ ਮਿਲਦਾ, ਹੁਣ ਜਿਨ੍ਹਾਂ ਨੂੰ 2 ਵਜੇ ਉੱਥੇ ਮਿਲਦਾ ਉਹਨਾਂ ਨੂੰ ਕਿਤੇ ਠੰਡ ਲੱਗਦੀ ਹੈ। ਜਿਨ੍ਹਾਂ ਨੂੰ ਉਹ ਰਸ ਲੱਗ ਜਾਂਦਾ, ਜਿਨ੍ਹਾਂ ਨੂੰ ਉਹ ਰਸ ਚੜ੍ਹ ਜਾਂਦਾ, ਫਿਰ ਬਾਕੀ ਦੁਨੀਆ ਦੇ ਸਾਰੇ ਰਸ ਫਿੱਕੇ ਹੈ। ਸਤਿਗੁਰੂ ਕਿਰਪਾ ਕਰਨ, ਲੋਕਾਂ 'ਤੇ ਮਿਹਰ ਕਰਨ, ਦਇਆ ਕਰਨ। ਮੈਂ ਤਾਂ ਇਹ ਸਮਝਦਾ ਵੀ ਸਤਿਗੁਰੂ ਤੁਸੀਂ ਦਇਆ ਕਰ ਦਿਓ, ਕਿਤੇ ਸਾਡੇ ਬੱਚਿਆਂ ਨੂੰ, ਅੱਜ ਨੌਜਵਾਨ ਪੀੜ੍ਹੀ ਨੂੰ ਇਹ ਗੱਲ ਸਮਝ ਲੱਗ ਜੇ ਕਿ ਜਿਹੜੀ ਕਾਰ 'ਤੇ ਮੈਂ 25-30 ਲੱਖ ਵਾਲੀ 'ਤੇ ਚੜ੍ਹਿਆ ਫਿਰਦਾ, ਮੇਰੀ ਔਕਾਤ ਕੀ ਸੀ ਕਾਰ 'ਤੇ ਚੜ੍ਹਨ ਦੀ। ਬਾਪੂ ਤਾਂ ਮੇਰਾ ਚੜ੍ਹ ਨਹੀਂ ਪਾਇਆ। ਮੈਂ ਆਪਦੀ ਗੱਲ ਕਰਦਾ ਵੀ ਮੇਰਾ ਬਾਪੂ ਕਾਰ 'ਤੇ ਨਾ ਚੜ੍ਹ ਪਾਇਆ, ਪਰ ਸਤਿਗੁਰੂ ਨੇ ਜਿੱਡੇ ਜਿੱਡੇ ਘਰ, ਗੱਡੀਆਂ, ਕਾਰਾਂ, ਕੋਠੀਆਂ ਅਤੇ ਇੰਨਾ ਮਾਣ ਸਤਿਕਾਰ ਬਖਸ਼ਿਆ। ਜਾ ਕੇ ਏਅਰਪੋਰਟ 'ਤੇ ਬਾਅਦ 'ਚ ਉਤਰਦੇ 500, 700 ਬੰਦਾ ਲੈਣ ਆਉਂਦਾ ਅਤੇ ਯਕੀਨ ਕਰੋ ਵੀ ਊਂ ਅੱਖਾਂ 'ਚੋਂ ਰੋਣ ਨਿਕਲੀ ਜਾਂਦਾ, ਹੰਝੂ ਨਿਕਲੀ ਜਾਂਦੇ ਵੀ ਸਤਿਗੁਰੂ ਇੰਨਾ ਮਾਣ ਵੀ ਤੁਸੀਂ ਕਿਸੇ ਨੂੰ ਬਖਸ਼ ਸਕਦੇ ਹੋ। ਇਹੋ ਜਿਹੇ ਭਾਂਡਿਆਂ ਨੂੰ ਮੈਂ ਆਪਦੀ ਗੱਲ ਕਰਦਾ ਹੁੰਦਾ ਵੀ ਸਾਡੇ ਨਾਲ ਜ਼ਿਮੀਂਦਾਰ ਭਾਂਡੇ ਅੱਡ ਰੱਖਦੇ ਹੁੰਦੇ ਸੀ ਮਿਸਤਰੀਆਂ ਦੇ, ਜਦੋਂ ਅਸੀਂ ਕੰਮ ਕਰਦੇ ਹੁੰਦੇ, ਅਤੇ ਸਾਰੀ ਦਿਹਾੜੀ ਸੇਪੀ ਦਾ ਕੰਮ ਕਰਨਾ, ਦਾਤੀਆਂ 'ਚ ਦੰਦੇ ਕੱਢਣੇ, ਕਈਆਂ ਕੁੱਟਣੀਆਂ, ਹੈ ਨਾ ਜੀ। ਅਤੇ ਕਿੰਨਾ ਮਾਣ ਸਤਿਕਾਰ, ਕਿੱਡੀਆਂ ਵੱਡੀਆਂ, ਜਦੋਂ ਤੁਸੀਂ ਬਿਜ਼ਨਸ ਕਲਾਸ ਦੀ ਟਿਕਟ ਲੈ ਕੇ ਜਾਂਦੇ ਹੋ ਅਤੇ ਐਡਾ ਮਨ ਨੂੰ ਲੱਗਦਾ ਵੀ ਸਤਿਗੁਰੂ ਤੁਸੀਂ ਇਹ ਸਾਰਾ ਕੰਮ ਕਰ ਸਕਦੇ ਹੋ, ਕਿਉਂਕਿ ਤੁਸੀਂ ਵੱਡੇ ਹੋ। ਤੁਸੀਂ ਕਿੰਨਾ ਕੁਛ ਬਖਸ਼ ਸਕਦੇ ਹੋ ਬੰਦੇ ਨੂੰ, ਇਹ ਸਾਡੀ ਛੋਟੀ ਬੁੱਧੀ ਨਹੀਂ ਨਾਪ ਤੋਲ ਕਰ ਸਕਦੀ। ਉਹੀ ਕਿਤੇ ਮਿਹਰ ਕਰ ਦੇਣ ਅਤੇ ਬੰਦੇ ਨੂੰ ਗੱਲ ਸਮਝ ਲੱਗ ਜਾਏ ਜੀ। ਅਤੇ ਫਿਰ ਜਦੋਂ ਇਸ ਤਰ੍ਹਾਂ ਦੀ ਬਿਰਤੀ ਵੈਜੀ ਹੁੰਦੀ ਹੈ, ਹੁਣ ਮੈਨੂੰ ਸਮਝ ਨਹੀਂ ਲੱਗਦਾ ਤੁਹਾਨੂੰ ਵੈਦ ਜੀ ਕਹਾਂ ਜਾਂ ਬਾਬਾ ਜੀ ਕਹਾਂ, ਅਤੇ ਜਦੋਂ ਇੱਦਾਂ ਦੀ ਬਿਰਤੀ ਆਪਣੀ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਰੱਖਦਾ ਹੈ, ਆਪਣੀ ਸੋਚ ਦੇ ਵਿੱਚ ਇੱਦਾਂ ਦੇ ਬੀਜ ਬੋਂਦਾ ਹੈ, ਅਤੇ ਫਿਰ ਉਹਨੂੰ ਸਰੀਰਕ ਤੌਰ 'ਤੇ ਵੀ ਜਿਹੜੇ ਫਾਇਦੇ ਹੁੰਦੇ ਨੇ ਬਿਮਾਰੀਆਂ ਤੋਂ, ਤੁਸੀਂ ਕਹਿ ਰਹੇ ਸੀ, ਫਿਰ ਉਹੀ ਕਾਰਨ ਹੈ ਕਿ 90% ਵਾਲਾ। ਫਰੂਕੀ ਸਾਹਿਬ ਤੁਸੀਂ ਬਿਮਾਰ ਹੀ ਨਹੀਂ ਹੋ ਸਕਦੇ। ਰਜਾਈਆਂ 'ਚ ਪਿਆਂ ਨੂੰ ਨਜ਼ਲਾ ਲੱਗਦਾ ਅਤੇ ਠੰਡੇ ਪਾਣੀ ਨਾਲ ਨਹਾਉਣ ਵਾਲੇ ਨੂੰ ਨਜ਼ਲਾ ਨਹੀਂ ਲੱਗਦਾ, ਕਿਉਂਕਿ ਜਦੋਂ ਠੰਡਾ ਪਾਣੀ ਵਰਤਦਾ ਨਾ ਉਹਦੇ ਬਰਸਾਏ ਹੋਏ ਪਾਣੀ ਨਾਲ ਜਿਹੜੇ ਨਹਾਉਂਦੇ ਆ, ਹਾਂ ਢੋਂਗੀ ਨਾ ਹੋਵੇ, ਸਾਧ ਹੋਵੇ। ਮੈਂ ਮਹਾਂਪੁਰਸ਼ ਨਾਨਕਸਰ ਵਾਲਿਆਂ ਦੀ ਸੰਗਤ ਕੀਤੀ ਹੈ ਕੁਛ ਟਾਈਮ। ਬਾਬਾ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਭਾਈ ਸਾਧ ਹੋਵੇ, ਸਵਾਦੂ ਨਾ ਹੋਵੇ, ਇਕੱਲਾ ਲੋਕਾਂ ਦੀਆਂ ਜਲੇਬੀਆਂ ਅਤੇ ਖੀਰਾਂ ਹੀ ਨਾ ਟੇਸਟ ਕਰਦਾ ਰਹਿੰਦਾ ਹੋਵੇ, ਤਰ੍ਹਾਂ ਤਰ੍ਹਾਂ ਦੇ ਭੋਜਨ ਹੀ ਨਾ ਪਦਾਰਥ ਛਕ ਕੇ ਟੇਸਟ ਕਰਨ ਵਾਲਾ ਹੋਵੇ। ਸਾਧ ਹੋਵੇ ਪੂਰਾ। ਸਵਾਦ ਕਿਤੇ ਇਹ ਦੁਨੀਆ ਦੇ ਸਵਾਦ ਕਿਹੜੇ ਸਵਾਦ ਹੈ? ਜਿਹੜੇ ਲੋਕ ਤਨ ਦੇ ਸਵਾਦ ਹੈ, ਕਿਉਂਕਿ ਅਸੀਂ ਹੋਰ ਸਵਾਦਾਂ 'ਚ ਉਲਝੇ ਹੋਏ ਲੋਕ ਹਾਂ। ਅੱਖਾਂ ਸਵਾਦ ਲੈ ਰਹੀਆਂ ਨੇ ਲੋਕਾਂ ਦੀਆਂ ਮਾੜੀਆਂ ਤਰ੍ਹਾਂ ਦੀਆਂ ਜਨਾਨੀਆਂ ਨੂੰ ਦੇਖ ਕੇ, ਕੰਨ ਸਵਾਦ ਲੈ ਰਹੇ ਆ ਨਿੰਦਿਆ ਸੁਣ ਕੇ। ਕਦੇ ਸੋਚ ਸਕਦੇ ਹੋ ਵੀ ਕਈ ਬੰਦੇ ਅੱਜ ਸਵਾਲ ਕਰੀ ਜਾਂਦੇ ਆ ਜੀ ਸਾਧਾਂ ਨੂੰ ਕੀ ਮਿਲਦਾ ਜੀ, 24 ਘੰਟੇ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ, ਢੋਲਕੀ ਕੁੱਟ ਲਈ, ਹੋਰ ਕਰ ਲਿਆ, ਫਲਾਨਾ ਕਰ ਲਿਆ, ਧੁੰਕਾ ਕਰ ਲਿਆ। ਜਿਨ੍ਹਾਂ ਨੂੰ ਇਹ ਸਵਾਦ ਮਿਲਦਾ ਵੀ ਢੋਲਕੀ ਕੁੱਟ ਲਈ, ਮੈਂ ਉਹਨਾਂ ਨਾਲ ਗੱਲ ਕਰਦਾ ਹੁੰਦਾ ਵੀ 4 ਵਜੇ ਉੱਠ ਕੇ ਨਾ ਕੇਸੀ ਨਹਾ ਕੇ ਦਿਖਾ ਦਿਓ ਇਕੱਲਾ, ਫਿਰ ਤੁਹਾਨੂੰ ਪਤਾ ਲੱਗ ਜਾਊ ਢੋਲਕੀ ਕੁੱਟੀ ਕਿਵੇਂ ਜਾਂਦੀ ਹੈ। 2 ਵਜੇ ਉੱਠ ਕੇ ਰਾਤ ਨੂੰ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ, ਤੁਸੀਂ ਪਾਠ ਤਾਂ ਇੱਕ ਪਾਸੇ ਰਹਿ ਗਿਆ, ਇਕੱਲਾ ਨਹਾ ਕੇ ਦਿਖਾ ਦਿਓ, ਤੁਹਾਨੂੰ ਪਤਾ ਲੱਗ ਜਾਊ ਗੀਜ਼ਰ ਦੀ ਵੇਟ ਕਰੀ ਜਾਂਦੇ ਹੋ ਘੰਟਾ ਘੰਟਾ। ਉਹ ਛੱਡ ਕੇ ਬੋਰ ਵਾਲਾ ਪਾਣੀ 'ਤੇ ਜਿਹੜੇ ਕੇਸੀ ਇਸ਼ਨਾਨ ਕਰਦੇ, ਪਤਾ ਉਹਨਾਂ ਨੂੰ ਲੱਗਦਾ ਹੈ। ਪਰ ਕਿਉਂ? ਕਿਉਂਕਿ ਉਹਨਾਂ ਨੂੰ ਸਮਝ ਲੱਗ ਗਈ ਵੀ ਲਾਜ ਕਿਸੇ ਨੇ ਹੋਰ ਰੱਖਣੀ ਹੈ। ਡੋਰੀ ਹਾਥ ਤੁਮਾਰੇ, ਜਿਨ੍ਹਾਂ ਨੇ ਉਹਦੇ ਹੱਥ 'ਚ ਡੋਰੀ ਛੱਡੀ ਹੋਈ ਹੈ। ਬਿਮਾਰੀ ਤਾਂ ਤੁਹਾਡੇ ਘਰ ਦੇ ਆਲੇ ਦੁਆਲੇ ਨਹੀਂ ਲੰਘ ਸਕਦੀ ਜੀ, ਘਰ ਦੇ ਵਿੱਚ ਕਿਵੇਂ ਆ ਜਾਊ ਬਿਮਾਰੀ? ਉਹਦੇ 'ਤੇ ਭਰੋਸਾ ਪੂਰਾ ਹੋਵੇ। ਅੱਜ ਲੋਕ ਘਰਾਂ ਦੇ ਅੰਦਰ ਬਿਮਾਰ ਕਿਉਂ ਨੇ? ਅਸੀਂ ਜਿਹੜੇ ਮਾਂ ਪਿਓ ਨੇ ਸਾਡੇ ਸਾਰਾ ਕੁਛ ਸਮਰਪਣ ਕਰਤਾ ਸਾਡੇ 'ਤੇ, ਉਹਨੂੰ ਤਾਂ ਅਸੀਂ ਕਹਿੰਦੇ ਤੈਨੂੰ ਅਕਲ ਕੋਈ ਨਹੀਂ ਗੀ। ਫਿਰ ਸਤਿਗੁਰੂ ਕਹਿੰਦੇ ਤੂੰ ਬਹੁਤੀ ਅਕਲ ਵਾਲਾਂਗਾ ਨਾ, ਅਤੇ ਤੇਰੇ ਨਾਲ ਇਹੋ ਜਿਹੀ ਅਕਲ ਵਾਲੀ ਵਿਆਹਤੀ ਜਿਹੜੇ ਤੇਰੇ ਵੱਟ ਕੱਢ ਦੂ ਰਗੜ ਵਾਲੇ। ਜਿਹੜੀ ਬੇਬੇ ਪ੍ਰਸ਼ਾਦਾ ਤੈਨੂੰ ਖਵਾਉਣ ਤੋਂ ਬਾਅਦ ਖਾਂਦੀ ਰਹੀ ਹੈ, ਤੈਨੂੰ ਦੇਖ ਦੇਖ ਕੇ ਜਿਉਂਦੀ ਰਹੀ ਹੈ, ਜਦੋਂ ਤੂੰ ਉਹਨੂੰ ਕਹਿੰਦਾ ਤੈਨੂੰ ਅਕਲ ਹੈ ਨਹੀਂ ਗੀ,
तो फिर तू बरकतां किवें भाल दांगा घर दे अंदर। मैं एक बंदे दे घरे गया, बुला लिया उन्होंने बड़ा मान सत्कार करके। वो आपदी माता नूं ना मैनू मिलाउण, मैं कहा बीबी जी नाल मिलना भी मिलाई उन्होंने मैनू। कहना नहीं जी वो ढिले आ। 10 मिनट बाद मैं कहा भी तू बुला तो सही, ढिले आ कोई गल नहीं, आपां बह के गलबात करते हैं। जदों माता उत्थों आई तो मैं उन्होंने बिस्तरा देखा तो मैं क्या भी यार आ तो तुसीं इस बिस्तरे ते माता पैंदी है? कहने हाँ जी। मैं क्या एक गल चेते रखी, तेरा ड्राइंग रूम की सफाई देख के नहीं पता लगता भी तू अमीर आ, पता तेरे तेरे टॉयलेट बाथरूम तो लग जाना कि भी तू किन्ना क अमीर आ। तू लोकां नूं दिखावे वास्ते सोफे तो चाहे 10 लाख दे ला ला, पर जेड़े गद्दे ते तेरी माता सौंदी है तैयारी आपदी करके रखी। मैनू कहता प्रशादा छक लो। मैं कहा प्रशादा इत्थे तो पानी नहीं अंदर लंघदा तेरे घर का। ਜਿਹੜੀ माता ने ਉਹ किते ਜ਼ਮੀਨ ਦਾ किला बेच नहीं सी सकदी। बापू तेरा जुत्तियां दे तलवे थल्ले लवा के पतावे लवा के टाइम पास करता रहा, ਉਹਨੂੰ किते पोमा दे बूट एडीडास दे पाउणे नहीं सी आउंदे। ਉਹਨੇ ਤਾਂ किरस कर करके तैनूं एडा बना लिया। ਉਹਦੇ ਦਿੱਤੇ ਉਹਨੇ साइकिल ते मर गया पट्ठे ढोंदा, तू गभरू हो के ते तू अज मत्तां ਉਹਨੂੰ देना गा। चाहिदा तां डल्लप दा गद्दा ਉਹਦੇ थल्ले सीगा भी बेबे तू बाण दे मंजे ते सौ के ते सानू डल्लप दे गद्दियां ते सिउंदी रही है। ते अज हालात की है साडे। असीं कहने बरकतां क्यों खत्म हो गई? असीं उन्हां दा मैं कहना रब नूं बहुत दूर छड्डता। आपां नहीं जाणदे रब कित्थे आ। आपां कल्ले माँ प्यो नाल हिसाब करन लग जांदे आ। जिद्दे मोटरसाइकिल लिया के दिता तू गहणे कराए सीगे सानू, तू पैसे दे के गया सीगा। जिद्दे तू कहना 25 लाख रुपया कनेडा जाण ते लगदा, की गल भी तेरा असीं करजा देना। जिद्दे तू कहना भी प्रोटीन का डब्बा 20,000 वाला मैनू लिया के दो, की गल फड़ा के गया सी पैसे मैनू। पर आपदे गन्ने दे जूस का 10 रुपए का गिलास नहीं पींदा, अनार का 100 रुपए का गिलास आ। बड़े बंदे मैं कहना अनार का जूस पी लिया करो, कहना कोई नहीं जी बेटा ठीक हो जाए पी लिया करांगे। आप 100 रुपए का गिलास नहीं पीता तो 20,000 रुपये का प्रोटीन का डब्बा लैके दिता कि मुंडे नूं किवें ਉਹਦਾ देण दे दोगे? ਉਹਨੇ ਕਰਜ਼ਾ देना सी साडा। ਉਹਨੇ को साडे नाल कमिटमेंट कीती है भी तेरी जमीन बचा के रखनी है, सारी जायदाद तैनूं दे के जानी है। पर आप दा आप वार के ये तो धरती की गल है। आपां ਉਹਦੀ गल कर रहे हैं जिहड़ा सर्व व्यापक शक्ति है, जिहड़ा हर थां ते थोड़ी लाज रखता है। इस करके जाना जरूरी है। छोटे छोटिਆਂ ਨੂੰ ਜਦੋਂ गुरुद्वारे माता ले जाती ਹੁੰਦੀ है ना जी, तो भांडे मांजण लाउणा उन्होंने। तो मैं कई बार बजुर्गों को पूछना भी बापू जी भांडे काहदे वास्ते मांजते हैं? उन्होंने वो कहते भाई ये भांडे नहीं मांजे जाते, ये तेरे कई कर्मां दे कालस ला देणगे भांडे। गुरु घरां च जाके जिहड़ियां बीबियां सवेरे 4 बजे एडे एडे बलटोहे दालां दे मांजी जांदियां, भांडे मांजदियां ने 24 घंटे राख ना भांडे मांजी जांदियां गुरुद्वारे बैठियां, वो किते मूर्ख नहीं के वो थोड़े कई जन्मां जन्मांतरां दे पर्दे ढकण वास्ते सारा सिस्टम बनिया। तां सतगुरु दे अगे जाना जरूरी है। जिहड़े लोग जांदे आ फिर उन्हां नूं पता है कि उन्हां दे पर्दे कित्थे कित्थे उन्हें ढके, क्योंकि बड़ा सतगुरु है। तो जिहड़े लोग बेशुक्रे आ वो अज गल्लां करी जांदे आ। निंदक भी बहुत ने, समझाउण वाले भी बहुत है। बहुत सारे बंदियां ने निंदिया इकट्ठी करनी है। एक महापुरुष बाबा नंद सिंह जी होए है नानकसर कलेरां वाले, उन्होंने आम गल कीती है भी भाई जिहड़े लोग दर ते आउंदे है ते ओह आप दियां पापां दियां पंडां इत्थे छड्ड जांदे आ। मैं एक बारी मेरे दादा जी सरदार केसर सिंह जी असीं किते चंडीगढ़ जाए तो राह च मैनूं यही गल असीं कैसेट लाई हुई। तो मैं कहा बापू जी गल ये है, छोटे सीगे न्याणे सी, मैं कहा बापू जी गल ये है भी तुसीं दसो ਜਿਹੜੀਆਂ ਪਾਪਾਂ ਦੀਆਂ ਪੰਡਾਂ ਹਰੇਕ ਬੰਦਾ ਪਾਪਾਂ ਦਾ ਪਾਪ ਤਾਂ ਕਰਦਾ, ਪਾਪਾਂ ਦੀਆਂ ਪੰਡਾਂ ਲਿਆ ਕੇ ਉੱਥੇ ਛੱਡੀ ਜਾਂਦਾ ਤੇ ਪੁੰਨ ਵਾਲੀਆਂ ਪੰਡਾਂ ਚੱਕ ਕੇ ਲੈ ਜਾਂਦਾ, ਤੇ ਫਿਰ ਪਾਪਾਂ ਦੀਆਂ ਪੰਡਾਂ ਤੇ ਤਾਂ ਢੇਰ ਲੱਗ ਜਾਣਗੇ, ਇੱਥੇ ਪੰਡਾਂ ਹੀ ਪੰਡਾਂ ਹੋ ਜਾਣਗੀਆਂ। ਉਹ ਕੌਣ ਲਿਜਾਣਗੇ? ਉਹ ਕਹਿੰਦੇ ਪੁੱਤ ਉਹ ਲਿਜਾਣਗੇ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਨਹੀਂ ਮਾੜੀਆਂ ਨਜ਼ਰਾਂ ਨਾਲ ਗੁਰੂ ਘਰਾਂ 'ਚ ਦੇਖਦੇ ਆ। ਉਹ ਲਿਜਾਣਗੇ ਜਿਹੜੇ ਜਾ ਕੇ ਜੇਬਾਂ ਕੱਟਦੇ ਆ, ਲੋਕਾਂ ਦੀਆਂ ਗੀਝੇ ਵੱਢਦੇ ਆ। ਉਹ ਲਿਜਾਣਗੇ ਜਿਹੜੇ ਗੁਰੂ ਘਰਾਂ ਦੇ ਵਿੱਚ ਟਾਈਮ ਦਿੰਦੇ ਆ ਵੀ ਆ ਜੀ ਉੱਥੇ ਧੀ ਭੈਣ ਨੂੰ ਆਪਾਂ ਉੱਥੇ ਮਿਲ ਲਾਂਗੇ।
ਉਹ ਲਿਜਾਣਗੇ ਜਿਹੜੇ ਜਾ ਕੇ ਅਯਾਸ਼ੀ ਦੇ ਅੱਡਿਆਂ ਦੇ ਨਾਮ ਲੈਂਦੇ ਆ, ਮਾੜੇ ਕਰਮ ਕਰਦੇ ਆ ਗੁਰੂ ਘਰਾਂ ਦੇ ਬਾਹਰ ਖੜ ਕੇ। ਅਤੇ ਫਿਰ ਆਪਾਂ ਕਹੀ ਜਾਂਦੇ ਗਿਆ ਤਾਂ ਗੁਰਦੁਆਰੇ ਮੱਥਾ ਟੇਕਣ ਸੀਗਾ, ਰਾਹ 'ਚ ਆਉਂਦੇ ਦਾ ਐਕਸੀਡੈਂਟ ਹੋ ਗਿਆ। ਹੁਣ ਜਿਹੜੀ ਪਾਪ ਦੀ ਪੰਡ ਆ ਅਤੇ ਉਹਨੇ ਘਰੇ ਬਾਕੀਆਂ ਦੇ ਕਰਮ ਨਹੀਂ ਨਾ ਖਰਾਬ ਕਰਨੇ। ਜਦੋਂ ਤੁਸੀਂ ਗੁਰੂ ਘਰ ਦੇ, ਵੈਸੇ ਤਾਂ ਸਾਰੇ ਗੁਰੂ ਘਰ ਕਰਮ ਸਾਡੇ ਇੰਨੇ ਉੱਚੇ ਹੋਣੇ ਚਾਹੀਦੇ ਆ, ਜਦੋਂ ਉਸ ਦਰ ਦੇ ਅੰਦਰ ਆ ਗਏ ਤਾਂ ਕੋਸ਼ਿਸ਼ ਕਰੋ ਵੀ ਸਤਿਗੁਰੂ ਜੀ, ਕਿਉਂਕਿ ਸੇਕ ਨਹੀਂ ਉਹਦਾ ਚੱਲਿਆ ਜਾਣਾ। ਇਸ ਲਈ ਜਿਹੜੇ ਲੋਕ ਇਹੋ ਜਿਹੇ ਕਰਮ ਕਰਦੇ ਆ, ਫਿਰ ਪਾਪਾਂ ਦੀਆਂ ਪੰਡਾਂ ਜਿਹੜੇ ਘਰੇ ਲਿਜਾਣਗੇ ਅਤੇ ਫਿਰ ਉਹ ਐਵੇਂ ਤਾਂ ਨਹੀਂ ਕੋਈ ਕਹਿੰਦਾ ਗਿਆ ਤਾਂ ਜਗਰਾਤੇ 'ਤੇ ਸੀ, ਗਿਆ ਤਾਂ ਫਲਾਨੀ ਮਾਤਾ ਦੇ ਮੱਥਾ ਟੇਕਣ ਸੀ, ਟੈਂਪੂ ਹੀ ਥੱਲੇ ਸਿੱਟਤਾ। ਹੁਣ ਜਿਹੜੇ ਕਰਮ ਕੀਤੇ ਆ ਫਿਰ ਉਹ ਕਿਤੇ ਨਾ ਕਿਤੇ ਤਾਂ ਕੰਮ ਕਰਨਗੇ ਨਾ ਜੀ। ਇਸ ਕਰਕੇ ਉਹਦਾ ਸ਼ੁਕਰੀਆ ਅਦਾ ਕਰਨਾ ਜ਼ਰੂਰੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਬੜੇ ਕੀਮਤੀ ਵਿਚਾਰ ਜਿਹੜੇ ਤੁਸੀਂ ਅੱਜ ਸਾਡੇ ਨਾਲ ਸਾਂਝੇ ਕੀਤੇ ਨੇ, ਇਸ ਲਈ ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਫਰੂਕੀ ਸਾਹਿਬ। ਸਤਿਗੁਰੂ ਕਿਰਪਾ ਕਰਨ, ਲੋਕਾਂ ਨੂੰ ਗੱਲ ਇੱਕ ਸਮਝ ਲੱਗੇ ਕਿ ਜੇ ਤੁਸੀਂ ਕੁਛ ਨਹੀਂ ਨਾ ਕਰ ਸਕਦੇ, ਇਕੱਲੀ ਨਿੰਦਿਆ ਹੀ ਛੱਡ ਦਿਓ ਬਸ। ਤੁਸੀਂ ਕੀ ਲੈਣਾ? ਨਹਾਉਂਦਾ ਕੋਈ ਹੈ, ਗੁਰਦੁਆਰੇ ਜਾਂਦਾ ਕੋਈ ਹੈ, ਆਉਂਦਾ ਕੋਈ ਹੈ, ਆਪਾਂ ਲੈਣਾ ਕੀ ਹੈ? ਗੁਰੂ ਘਰ ਦੇ ਬਾਹਰ ਨਾ ਜੇ ਰਸ਼ ਹੋਵੇ, ਮੈਂ ਜ਼ਿਆਦਾਤਰ ਇੱਥੇ ਬਾਬਾ ਦੀਪ ਸਿੰਘ ਗੁਰਦੁਆਰੇ ਮੱਥਾ ਟੇਕਣ ਜਦੋਂ ਜਾਈਦਾ ਅਤੇ ਲੋਕ ਲੜੀ ਜਾਂਦੇ ਟੀ ਪਾ ਯੇ ਵੋ। ਉਹਨਾਂ ਨੂੰ ਕਹੀਦਾ ਵੀ ਤੁਹਾਡੇ 'ਤੇ ਕਿਰਪਾ, ਜਿਹੜਾ ਤੁਹਾਨੂੰ 2 ਮਿੰਟ ਅੱਧਾ ਮਿੰਟ ਤੁਹਾਡਾ ਇੱਥੇ ਲਵਾਤਾ ਸਤਿਗੁਰੂ ਨੇ ਆਪਦੇ ਨੇੜੇ ਆ ਕੇ, ਅਤੇ ਨਹੀਂ ਤਾਂ ਗੱਡੀ ਤਾਂ ਰਫਤਾਰ ਹਾਈਵੇ 'ਤੇ ਤੁਰੀਆਂ ਹੀ ਜਾਂਦੀਆਂ ਨੇ ਜੀ। ਇਹ ਮਿਹਰ ਭਰਿਆ ਹੱਥ ਆ ਉਹਦਾ ਵੀ ਤੁਸੀਂ ਉਹਦੀ ਸ਼ਰਨ ਦੇ ਕੋਲ ਦੀ ਲੰਘੇ, ਕਈ ਤਰ੍ਹਾਂ ਦੇ ਪੜਦੇ ਤੁਹਾਡੇ ਤੱਕ ਦੋ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਵੈਦ ਜਗਦੀਪ ਜੀ, ਜਿਨ੍ਹਾਂ ਨੇ ਬੜੇ ਕੀਮਤੀ ਵਿਚਾਰ ਅੱਜ ਸਾਡੇ ਨਾਲ ਸਾਂਝੇ ਕੀਤੇ ਨੇ, ਔਰ ਨਾਲ ਹੀ ਉਹਨਾਂ ਨੇ ਇੱਕ ਬੜੀ ਅਹਿਮ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਨਸਾਨ ਸ਼ੁਕਰਾਨਾ ਕਰਨਾ ਨਹੀਂ ਸਿੱਖਦਾ, ਉਦੋਂ ਤੱਕ ਜਿਹੜੀਆਂ ਉਹਨੂੰ ਮਾਨਸਿਕ ਪਰੇਸ਼ਾਨੀਆਂ, ਦਿੱਕਤਾਂ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ ਨੇ। ਇਸ ਲਈ ਜੇਕਰ ਜੋ ਇਨਸਾਨ ਸ਼ੁਕਰਾਨਾ ਕਰਨਾ ਸਿੱਖ ਗਿਆ, ਉਹ ਆਪਣੇ ਆਪ ਦੇ ਵਿੱਚ ਇੱਕ ਤੰਦਰੁਸਤ ਜਦੋਂ ਮਨ ਹੋਏਗਾ ਤਾਂ ਤੰਦਰੁਸਤ ਸਰੀਰ ਲੈ ਕੇ ਇਸ ਦੁਨੀਆ ਦੇ ਵਿੱਚ ਵਿਚਰੇਗਾ, ਅਤੇ ਇੱਕ ਤੰਦਰੁਸਤ ਮੌਤ ਹੈ ਜਿਹੜਾ ਉਹ ਮਰ ਕੇ ਇਸ ਸੰਸਾਰ ਨੂੰ ਅਲਵਿਦਾ ਕਹੇਗਾ। ਫਿਲਹਾਲ ਇਹ ਗੱਲਬਾਤ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।